ਹੈਲੋ एवरीवन, ਉਮੀਦ ਕਰਦਾ ਤੁਹਾਡੀ ਆਇਲਸ ਦੀ ਪ੍ਰੈਕਟਿਸ ਬਿਲਕੁਲ ਵਧੀਆ ਚੱਲ ਰਹੀ ਹੋਏਗੀ। ਅੱਜ ਆਪਾਂ ਗੱਲ ਕਰਾਂਗੇ ਰੀਡਿੰਗ ਮੋਡਿਊਲ ਦੇ ਬਾਰੇ ਵਿੱਚ। ਬਹੁਤ ਸਾਰੇ ਬੱਚੇ, ਮੈਂ ਕਹਿ ਸਕਦਾ ਕਿ 100 ਦੇ ਵਿੱਚੋਂ ਜੇ 60 ਬੱਚੇ ਆਇਲਸ ਪਾਸ ਨਹੀਂ ਕਰ ਪਾਉਂਦੇ ਤਾਂ ਉਹਨਾਂ ਦਾ ਮੇਨ ਰੀਜ਼ਨ ਰੀਡਿੰਗ ਬਣ ਜਾਂਦੀ ਹੈ। ਰਾਈਟਿੰਗ ਵੀ ਸਿੱਖੇ ਤੋਂ ਆ ਜਾਂਦੀ ਹੈ, ਸਪੀਕਿੰਗ ਵੀ ਪ੍ਰੈਕਟਿਸ ਕਰਕੇ ਆ ਜਾਂਦੀ ਹੈ। ਬਟ ਰੀਡਿੰਗ ਮੋਡਿਊਲ ਦੇ ਲਈ ਕਈ ਬੱਚਿਆਂ ਨੂੰ 1 ਮਹੀਨਾ 2 ਮਹੀਨੇ ਬਾਅਦ ਤਿਆਰੀ ਕਰਨੀ ਪੈਂਦੀ ਹੈ। 3 ਮੋਡਿਊਲ ਤਿਆਰ ਹੋ ਜਾਂਦੇ ਨੇ, 1 ਮੋਡਿਊਲ ਦੇ ਲਈ ਫਿਰ 1 ਮਹੀਨਾ 2 ਮਹੀਨੇ ਬਾਅਦ ਲਾਉਣੇ ਪੈਂਦੇ ਨੇ। ਪਰ ਦਿੱਕਤ ਇਹ ਨਹੀਂ ਕਿ ਉਹਨਾਂ ਨੂੰ ਰੀਡਿੰਗ ਆਉਂਦੀ ਨਹੀਂ, ਦਿੱਕਤ ਇਹ ਹੈ ਕਿ ਰਾਈਟ ਮੈਥਡ ਨਹੀਂ ਫੋਲੋ ਕਰ ਪਾਉਂਦੇ ਕਈ ਬੱਚੇ। ਤਾਂ ਉਹ ਰਾਈਟ ਮੈਥਡ ਕੀ ਹੈ, ਕਿੱਦਾਂ ਫੋਲੋ ਕਰਨਾ ਉਹਨੂੰ, ਉਹਦੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਫਸਟ ਪੈਸੇਜ ਜੋ ਹੁੰਦਾ ਹੈਗਾ ਰੀਡਿੰਗ ਦੇ ਵਿੱਚ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਹਦਾ ਕਾਰਨ ਕੀ ਹੈ ਕਿ ਈਜ਼ੀ ਹੁੰਦਾ ਹੈ। ਤੁਸੀਂ ਇਹਦੇ ਵਿੱਚੋਂ 13 ਆਊਟ ਆਫ 13 ਠੀਕ ਕਰ ਸਕਦੇ ਹੋ। ਸਮਟਾਈਮਸ ਇਟ ਕੰਟੇਨਸ 30 I think 14 question, sometimes 13 or sometimes 14, so you can get 14 out of 14 or 13 out of 13। ਓਕੇ, ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਸੰਡੇ ਨੂੰ ਅਸੀਂ ਇੱਕ ਬਿਲਕੁਲ ਫ੍ਰੀ ਆਫ ਕੋਸਟ ਕਲਾਸ ਲਗਾਉਂਦੇ ਹਾਂ, ਜਿਹਦੇ ਵਿੱਚ LRW ਪਲੱਸ ਸਪੀਕਿੰਗ ਦੀ ਗੱਲ ਹੁੰਦੀ ਹੈ। LRW ਮੀਨ ਲਿਸਨਿੰਗ, ਰੀਡਿੰਗ ਔਰ ਰਾਈਟਿੰਗ ਦੀ ਗੱਲ ਕਰਦੇ ਹੁੰਦੇ ਆ। ਉਸ ਤੋਂ ਬਿਨਾਂ ਬੱਚਿਆਂ ਦੇ ਡਾਊਟਸ, ਕਿਹੜਾ ਕਾਲਜ ਲੈਣਾ ਚਾਹੀਦਾ ਹੈ, ਕਿੱਥੇ ਵੀਜ਼ਾ ਅਪਲਾਈ ਕਰਨਾ ਚਾਹੀਦਾ, ਕਿੱਥੇ ਚਾਂਸਸ ਜ਼ਿਆਦਾ ਨੇ, ਪਲੱਸ ਕੁਝ ਆਪਾਂ ਆਫਰਸ ਵੀ ਉਹਦੇ ਵਿੱਚ ਦਿੰਦੇ ਆ ਬੱਚਿਆਂ ਨੂੰ, ਤਾਂ ਕਿ ਜੋ ਬੱਚੇ ਜ਼ਿਆਦਾ ਫੀਸ ਅਫੋਰਡ ਨਹੀਂ ਕਰ ਸਕਦੇ ਉਹ ਕੁਝ ਬੈਨੀਫਿਟ ਲੈ ਲੈਣ। ਚਲੋ ਤਾਂ ਆਪਾਂ ਹੁਣ ਚੱਲਦੇ ਹਾਂ ਕੰਪਿਊਟਰ ਸਕਰੀਨ ਤੇ। ਤੁਸੀਂ ਵੀਡੀਓ ਦੇਖਿਓ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਫॉर ਮੋਰ ਅਪਡੇਟਸ। ਥੈਂਕ ਯੂ। ਓਕੇ ਜੀ, ਸੋ ਅੱਜ ਆਪਾਂ ਕਰਾਂਗੇ ਰੀਡਿੰਗ। ਤਾਂ ਜਿੱਦਾਂ ਅੱਜ ਵੀਕਐਂਡ ਸਟਾਰਟ ਲਾਈਕ ਦੂਜਾ ਦਿਨ ਆ, ਤਾਂ ਵੀਕਐਂਡ ਦੇ ਸਟਾਰਟਿੰਗ 'ਚ ਆਪਾਂ ਜੋ ਫਸਟ ਪੈਸੇਜ ਹੁੰਦਾ ਰੀਡਿੰਗ ਦਾ ਉਹ ਕਰਦੇ ਆ। ਜਿਵੇਂ ਜਿਵੇਂ ਮੈਂ ਵੀਕਐਂਡ ਬੋਲ ਗਿਆ, ਵੀਕ ਸਟਾਰਟ ਆ। ਓਕੇ, ਤਾਂ ਜਿਵੇਂ ਜਿਵੇਂ ਵੀਕ ਅੱਗੇ ਅੱਗੇ ਜਾਈ ਜਾਊਗਾ ਆਪਣਾ ਰੀਡਿੰਗ ਦਾ ਲੈਵਲ ਜਿਹੜਾ ਆਪਾਂ ਟਫ ਕਰਦੇ ਜਾਂਦੇ ਹੁੰਦੇ ਆ। ਤਾਂ ਅੱਜ ਜੋ ਆਪਾਂ ਪੈਸੇਜ ਕਰਨਾ ਰੀਡਿੰਗ ਦਾ, ਇਹ ਐਗਜ਼ੈਕਟਲੀ ਫਸਟ ਪੈਸੇਜ ਦੇ ਨਾਲ ਦਾ ਆ ਜੋ ਤੁਹਾਨੂੰ ਪੇਪਰ 'ਚ ਆਉਂਦਾ ਹੈ। ਠੀਕ ਹੈ, ਫਸਟ ਪੈਸੇਜ ਐਗਜ਼ਾਮ ਦੇ ਵਿੱਚ ਤੁਹਾਨੂੰ ਇਸ ਲੈਵਲ ਦਾ ਆਊਗਾ ਰੀਡਿੰਗ ਦੇ ਵਿੱਚ ਜੋ ਆਪਾਂ ਕਰਨ ਜਾ ਰਹੇ ਹਾਂ। ਓਕੇ ਜੀ, ਤਾਂ ਇੱਕ ਚੀਜ਼ ਹੋਰ ਹੈ ਕਿ ਮੋਸਟਲੀ ਐਗਜ਼ਾਮ ਦੇ ਵਿੱਚ ਜੋ ਪਹਿਲਾ ਪੈਸੇਜ ਹੁੰਦਾ ਨਾ, ਦੇਖੋ ਮੈਂ ਹਰ ਬੱਚੇ ਨੂੰ ਪੁੱਛਦਾ ਰਹਿਣਾ, ਤੇ ਉਹਦੇ ਵਿੱਚ ਕੀ ਹੈ ਕਿ ਜਾਂ ਤਾਂ ਉਹ ਕਿਸੇ ਦੀ ਲਾਈਫ ਦੇ ਉੱਪਰ ਹੋਊਗਾ, ਪਲਾਂਟ, ਕਿਸੇ ਪਰਟੀਕੂਲਰ ਪਲਾਂਟ ਦੀ ਲਾਈਫ ਤੇ ਹੋ ਸਕਦਾ ਹੈ, ਕਿਸੇ ਪਰਟੀਕੂਲਰ ਐਨੀਮਲ ਦੀ ਲਾਈਫ ਦੇ ਉੱਪਰ ਹੁੰਦਾ ਹੈ, ਜਾਂ ਕਛੂਏ ਦੇ ਉੱਪਰ ਹੋ ਗਿਆ ਹਨਾ, ਟੋਰਟੋਇਜ਼ ਦੇ ਉੱਪਰ, ਜਾਂ ਕਿਸੇ ਇਨਸਾਨ ਦੀ ਲਾਈਫ ਦੇ ਉੱਪਰ ਹੁੰਦਾ। ਠੀਕ ਹੈ, ਤਾਂ ਉਹ ਇਨਸਾਨ ਕਿਵੇਂ ਸੀ, ਕਿੱਥੋਂ ਚੱਲਿਆ, ਕੀ ਕੀ ਹੋਇਆ, ਕਿਵੇਂ ਕਿਵੇਂ ਹਨਾ, ਤਾਂ ਉਹ ਸਾਰਾ ਕੁਝ ਉਹਦੀ ਲਾਈਫ ਦੇ ਵਿੱਚ ਹੁੰਦਾ ਹੈਗਾ। ਤੇ ਇੱਕ ਚੀਜ਼ ਇੱਥੇ ਧਿਆਨ ਰੱਖਣ ਵਾਲੀ ਇਹ ਹੈ ਕਿ ਜੇ ਕੋਈ ਪੈਸੇਜ ਕਿਸੇ ਦੀ ਲਾਈਫ ਦੇ ਉੱਪਰ ਆ ਜੇ ਤਾਂ ਉਹਦੇ ਜਨਮ ਦੀਆਂ, ਜੇ ਮੰਨ ਲਓ ਇੱਧਰ ਲਿਸਟ ਆਫ ਹੈਡਿੰਗਸ ਆ ਜਾਣ ਜਾਂ ਕੋਈ ਟਰੂ ਫਾਲਸ ਨੋਟ ਗਿਵਨ ਆ ਜਾਣ, ਉਹਦੇ ਵਿੱਚ ਜੇ ਉਹਦੇ ਅਰਲੀ ਈਅਰਸ ਇਦਾਂ ਦੇ ਕੁਝ ਵਰਡ ਲਿਖੇ ਹੋਏ ਨੇ, ਅਰਲੀ ਈਅਰਸ ਸਟੱਡੀ, ਉਹਦੇ ਫਾਦਰ ਦਾ ਨਾਮ ਕੀ ਸੀਗਾ, ਜੇ ਇੰਨੇ ਸੌਖੇ ਹੋਣ ਕਈ ਵਾਰੀ, ਤਾਂ ਉਹ ਪਹਿਲੇ ਜਾਂ ਦੂਜੇ ਪੈਸੇਜ ਦੇ ਵਿੱਚ ਹੁੰਦੇ ਆ। ਠੀਕ ਹੈ, ਚਲੋ ਇਹਦੇ ਵਿੱਚ ਆਪਣੇ ਕੋਲ ਹੈਗਾ ਜੀ no more than 2 words, no more than 2 words, building the windmill। ਓਕੇ, ਵਿਲੀਅਮ ਕੈਮ ਖਵਾਂਬਾ ਸਮਥਿੰਗ ਬੰਦੇ ਦਾ ਨਾਮ ਹੈ, ਸ਼ਾਇਦ ਮੇ ਵੀ ਬੱਚਾ ਹੀ ਹੈ, ਜਿਵੇਂ ਇੱਥੇ ਲਿਖਿਆ 14 year old ਹਨਾ, ਤਾਂ ਇਹਦਾ ਨਾਮ ਵਿਲੀਅਮ, ਆਪਾਂ ਸ਼ਾਰਟ 'ਚ ਪੜਾਂਗੇ। ਠੀਕ ਹੈ, ਤੇ ਆਪਣੇ ਕੋਲ ਇਸ ਵਿੱਚ ਹੈਗੀਆਂ ਨੇ ਜੀ ਬਲੈਂਕਸ। ਪਹਿਲਾਂ ਆਪਣੇ ਕੋਲੇ ਬਲੈਂਕਸ ਨੇ, ਬਲੈਂਕਸ ਨੂੰ ਕਿਵੇਂ ਹੈਂਡਲ ਕਰਨਾ, ਨਾਲ ਇਸਦੇ ਆਪਣੇ ਕੋਲ ਹੈਗੇ ਨੇ ਜੀ ਟਰੂ ਫਾਲਸ ਨੋਟ ਗਿਵਨ। ਓਕੇ, ਤਾਂ ਜਿਹੜੀ ਮੈਂ ਸਟ੍ਰੈਟਜੀ ਤੁਹਾਨੂੰ ਇੱਕ ਦੱਸੀ ਸੀਗੀ, ਇੱਕ ਵਾਰ ਫਿਰ ਰਿਪੀਟ ਕਰ ਦਿੰਦਾ ਕਿ ਆਲਵੇਜ਼ 2 ਬਲੈਂਕਸ ਤੇ ਪਹਿਲੇ 2 ਟਰੂ ਫਾਲਸ ਨੋਟ ਗਿਵਨ ਪੜ੍ਹ ਕੇ ਚੱਲੋ। ਰੀਜ਼ਨ ਕੀ ਹੈ, ਰੀਜ਼ਨ ਇਹ ਹੈ, ਕਈ ਵਾਰੀ ਕੀ ਹੁੰਦਾ ਕਿ ਬੱਚੇ ਇੱਕ ਕੁਐਸਚਨ ਪੜ੍ਹ ਕੇ ਤੇ ਪੈਸੇਜ ਦੇ ਵਿੱਚ ਫਾਈਂਡ ਕਰਨ ਲੱਗ ਜਾਂਦੇ ਨੇ। ਫਿਰ ਹੁੰਦਾ ਕੀ ਹੈ ਕਿ ਕਈ ਵਾਰ ਪਹਿਲਾ ਨੋਟ ਗਿਵਨ ਹੁੰਦਾ ਹੈ, ਤਾਂ ਨੋਟ ਗਿਵਨ ਹੋਇਆ ਤਾਂ ਲਿਖਿਆ ਤਾਂ ਹੋਊਗਾ ਨਹੀਂ, ਪਹਿਲਾ ਪੈਰਾ ਵੀ ਪੜ੍ਹ ਲੈਂਦੇ ਨੇ, ਦੂਜਾ ਵੀ ਪੜ੍ਹ ਲੈਂਦੇ ਨੇ, ਤੀਜਾ ਵੀ ਪੜ੍ਹ ਲੈਂਦੇ ਨੇ। ਜਦੋਂ ਤੀਜੇ ਪੈਰੇ ਤੱਕ ਪਹੁੰਚ ਜਾਂਦੇ ਨੇ ਤੇ ਕਹਿੰਦੇ ਨੇ ਇਦਾਂ ਦੀ ਕੋਈ ਗੱਲ ਹੀ ਨਹੀਂ ਮਿਲ ਰਹੀ, ਉਦੋਂ ਤੱਕ ਆਪਣਾ ਮਾਈਂਡ ਇਸ ਚੀਜ਼ ਨੂੰ ਐਕਸੈਪਟ ਕਰ ਲੈਂਦਾ ਕਿ ਰੀਡਿੰਗ ਔਖੀ ਆ ਗਈ। ਪਰ ਰੀਡਿੰਗ ਔਖੀ ਹੁੰਦੀ ਨਹੀਂ, ਆਪਣਾ ਮਾਈਂਡ ਇਸ ਚੀਜ਼ ਨੂੰ ਮੰਨ ਲੈਂਦਾ ਕਿ ਰੀਡਿੰਗ ਔਖੀ ਹੈ। ਉਹਦਾ ਕਾਰਨ ਇਹ ਹੈ ਕਿ ਆਪਾਂ ਇੱਕੋ ਹੀ ਕੁਐਸਚਨ ਪੜ੍ਹ ਕੇ ਲੱਭਣ ਚਲੇ ਜਾਂਦੇ ਆ। ਜਦੋਂ 2 ਕੁਐਸਚਨ ਪੜ੍ਹੇ ਹੋਣਗੇ ਤਾਂ ਕੀ ਹੋਊਗਾ, ਜੇ ਮੰਨ ਲਓ ਪਹਿਲਾ ਬਾਏ ਮਿਸਟੇਕ ਵੀ ਨਿਕਲ ਗਿਆ, ਅੱਖਾਂ ਦੇ ਕੋਲੋਂ ਨਹੀਂ ਸਮਝ 'ਚ ਆਇਆ, ਤਾਂ ਜੇ ਦੂਜੇ ਕੁਐਸਚਨ ਦਾ ਸਮਝ ਆ ਗਈ ਵੀ ਦੂਜੇ ਕੁਐਸਚਨ ਦੀ ਲੋਕੇਸ਼ਨ ਆਉਣ ਲੱਗ ਗਈ ਹੈ, ਪਹਿਲਾ ਜਾਂ ਤਾਂ ਉੱਪਰ ਨਿਕਲ ਗਿਆ ਜਾਂ ਪਹਿਲਾ ਨੋਟ ਗਿਵਨ ਹੈ।
ਠੀਕ ਹੈ। ਤਾਂ ਇਹ ਇੱਕ ਟਰੈਪ ਹੁੰਦਾ ਐਗਜ਼ਾਮੀਨਰ ਵੱਲੋਂ, ਜਿਹੜਾ ਕਿ ਅਕਸਰ ਰੀਡਿੰਗ ਦੇ ਵਿੱਚ ਜੇ ਮਹੀਨੇ 'ਚ 4 ਪੇਪਰ ਹੁੰਦੇ ਨੇ ਤਾਂ 2 'ਚ ਟਰੈਪ ਹੁੰਦਾ ਹੈ। ਠੀਕ ਹੈ। ਪਹਿਲਾ ਜਾਂ ਦੂਜਾ ਕੁਐਸਚਨ ਨੋਟ ਗਿਵਨ ਡਿਜ਼ਾਈਨ ਕਰ ਦਿੰਦੇ ਨੇ ਤਾਂ ਕਿ ਬੱਚੇ ਦਾ ਟਾਈਮ ਖਰਾਬ ਹੋ ਜਾਏ। ਠੀਕ ਹੈ, ਹਰੇਕ ਚੀਜ਼ ਆਪਣੀ ਚੈੱਕ ਕਰਦੇ ਨੇ। ਤਾਂ ਆਪਾਂ 2 ਬਲੈਂਕਸ ਪੜਾਂਗੇ। ਕਹਿੰਦੇ ਵਿਲੀਅਮ ਲਰਨਡ ਸਮ ਡੈਸ਼ ਫਰੋਮ ਅ ਲਾਇਬ੍ਰੇਰੀ ਬੁੱਕ। ਓਕੇ, ਲਾਇਬ੍ਰੇਰੀ ਬੁੱਕ ਦੇ ਵਿੱਚੋਂ ਵਿਲੀਅਮ ਨੇ ਕੁਝ ਪੜਿਆ। ਠੀਕ ਹੈ, ਸਮ ਕੁਝ ਚੀਜ਼ਾਂ ਜਾਂ ਕੋਈ ਚੀਜ਼ ਪੜ੍ਹੀ ਹੋਊਗੀ, ਆਪਾਂ ਇਹ ਮਾਈਂਡ 'ਚ ਕਰ ਲਿਆ। ਦੈਨ ਫਸਟ ਹੀ ਬਿਲਟ ਅ ਡੈਸ਼ ਆਫ ਦੀ ਵਿੰਡ ਮਿਲ। ਉਹਨੇ ਵਿੰਡ ਮਿਲ ਦੀ ਇੱਕ ਚੀਜ਼ ਬਣਾਈ। ਦੇਖੋ ਇੱਥੇ ਇਹ ਲੱਗਿਆ ਨਾ, ਇਹ ਛੋਟੀਆਂ ਛੋਟੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਕਈ ਵਾਰੀ ਨਹੀਂ ਪਤਾ ਹੁੰਦਾ। ਚਲੋ ਬਾਕੀ ਕੋਈ ਨਹੀਂ, ਮੈਂ ਬੈਠਾ ਸਿਖਾਉਣ ਨੂੰ। ਠੀਕ ਹੈ, ਤਾਂ ਕਹਿੰਦੇ ਉਹਨੇ ਪਹਿਲਾਂ ਇੱਕ ਚੀਜ਼ ਬਣਾਈ। ਹੀ ਬਿਲਟ ਅ ਡੈਸ਼ ਆਫ ਦੀ ਵਿੰਡ ਮਿਲ। ਵਿੰਡ ਮਿਲ ਦੀ ਇੱਕ ਚੀਜ਼ ਬਣਾਈ ਉਹਨੇ। ਠੀਕ ਹੈ, 2 ਆਪਾਂ ਇਹ ਪੜ੍ਹ ਲਏ, 2 ਆਪਾਂ ਟਰੂ ਫਾਲਸ ਨੋਟ ਗਿਵਨ ਮਾਈਂਡ 'ਚ ਕਰਕੇ ਚੱਲਾਂਗੇ। ਕਹਿੰਦੇ ਵਿਲੀਅਮ ਯੂਜ਼ਡ ਦੀ ਇਲੈਕਟ੍ਰੀਸਿਟੀ ਹੀ ਕ੍ਰੀਏਟਡ ਫੋਰ ਵਿਲੇਜ ਟਰਾਂਸਪੋਰਟ। ਕਹਿੰਦੇ ਵਿਲੀਅਮ ਨੇ ਜਿਹੜੀ ਇਲੈਕਟ੍ਰੀਸਿਟੀ ਵਰਤੀ ਵਿਲੇਜ ਟਰਾਂਸਪੋਰਟ ਕ੍ਰੀਏਟ ਕਰਨ ਦੇ ਲਈ। ਚਲੋ ਦੇਖਾਂਗੇ ਵੀ ਉਹਨੇ ਇਸ ਕੰਮ ਲਈ ਵਰਤੀ। ਅੱਗੇ ਕਹਿੰਦੇ ਐਟ ਫਸਟ, ਸ਼ੁਰੂ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਵਿਲੀਅਮਸ ਅਚੀਵਮੈਂਟ ਵਾਜ਼ ਇਗਨੋਰਡ ਬਾਈ ਲੋਕਲ ਪੀਪਲ। ਜਿਹੜੀ ਵਿਲੀਅਮ ਦੀ ਅਚੀਵਮੈਂਟ ਸੀਗੀ ਉਹ ਲੋਕਲ ਲੋਕਾਂ ਨੇ, ਉਹਦੇ ਪਿੰਡ ਵਾਸੀਆਂ ਨੇ ਜਾਂ ਸ਼ਹਿਰ ਜਿੱਥੇ ਵੀ ਉਹ ਰਹਿੰਦਾ ਹੋਊਗਾ, ਆਪਾਂ ਨੂੰ ਪੈਸੇਜ ਪੜ੍ਹ ਕੇ ਪਤਾ ਲੱਗੂਗਾ, ਇਗਨੋਰ ਕਰ ਦਿੱਤੀ। ਚਲੋ ਹੁਣ ਮੈਂ ਭੁੱਲ ਗਿਆ ਜੀ ਕਿ ਰੀਡਿੰਗ ਦੇ ਵਿੱਚ ਹੋਰ ਵੀ ਕੁਝ ਹੈਗਾ। ਮੈਂ ਸਿਰਫ 4 ਕੁਐਸਚਨ ਮਾਈਂਡ 'ਚ ਲੈ ਲਏ ਨੇ, ਛੋਟੇ ਛੋਟੇ। ਜਸਟ ਮੈਨੂੰ ਪੂਰੀ ਤਰ੍ਹਾਂ ਸਟੇਟਮੈਂਟਸ ਵੀ ਯਾਦ ਨਹੀਂ। ਮੈਂ ਬਸ ਇਹ ਯਾਦ ਕੀਤਾ ਹੈਗਾ ਕਿ ਵਿਲੀਅਮ ਨੇ ਲਾਇਬ੍ਰੇਰੀ 'ਚੋਂ ਕੁਝ ਕੀ ਪੜ੍ਹਿਆ। ਪਹਿਲਾਂ ਉਹਨੇ ਵਿੰਡ ਮਿਲ ਦਾ ਕੀ ਬਣਾਇਆ ਸੀਗਾ, ਉਹਨੂੰ ਇਲੈਕਟ੍ਰੀਸਿਟੀ ਉਹਨੇ ਕਾਹਦੇ ਲਈ ਵਰਤੀ, ਤੇ ਵਿਲੀਅਮ ਦੀ ਅਚੀਵਮੈਂਟ ਲੋਕਾਂ ਨੇ ਇਗਨੋਰ ਕੀਤੀ। ਮੈਂ ਹੋਰ ਕੋਈ ਕੁਐਸਚਨ ਨਹੀਂ ਦੇਖਿਆ। ਹੁਣ 4 ਕੁਐਸਚਨ ਲੈ ਕੇ ਕਹਿ ਲਓ ਵੀ 4 ਚੀਜ਼ਾਂ ਦੀ ਲਿਸਟ ਬਣਾ ਕੇ ਵੀ ਟੀਵੀ ਲੈਣਾ ਹੈ, ਮੋਬਾਈਲ ਲੈਣਾ ਹੈਗਾ, ਤੇ ਦਵਾਈ ਲੈਣੀ ਹੈ, ਤੇ ਕੁਝ ਕਹਿ ਲਓ ਕਿ ਸ਼ੂਜ਼ ਲੈਣੇ ਨੇ। ਮੈਂ 4 ਚੀਜ਼ਾਂ ਦੀ ਲਿਸਟ ਲੈ ਕੇ ਬਾਜ਼ਾਰ 'ਚ ਵੜ ਗਿਆ। ਹੁਣ ਜਿਵੇਂ ਜਿਵੇਂ ਜਿਹੜੀ ਦੁਕਾਨ ਆਉਂਦੀ ਜਾਊਗੀ ਮੈਂ ਲੈਂਦਾ ਜਾਊਂਗਾ। ਇਹ ਨਹੀਂ ਕਿ ਮੈਂ ਸ਼ੂਜ਼ ਲੈਣ ਲਈ ਪਹਿਲਾਂ ਸ਼ੂਜ਼ ਵਾਲੀ ਦੁਕਾਨ ਤੇ ਜਾਊਂਗਾ। ਮੈਂ ਮੰਨ ਕੇ ਚੱਲੋ ਮੇਰੀ ਸਟਰੀਟ ਆ ਮੰਨ ਲਓ ਮੇਰੀ ਸਟਰੀਟ ਆ, ਮੈਂ ਇੱਥੋਂ ਮੈਂ ਚੱਲਿਆ ਤੇ ਮੈਂ ਇੱਥੋਂ ਇੱਧਰ ਨੂੰ ਆਈ ਜਾਂਦਾ ਥੱਲੇ ਨੂੰ। ਹੁਣ ਜੇ ਸ਼ੂਜ਼ ਵਾਲੀ ਸਟਰੀਟ ਇੱਥੇ ਆ ਗਈ, ਮੈਂ ਸ਼ੂਜ਼ ਲੈ ਲੈਣੇ ਨੇ। ਹੁਣ ਇਹ ਨਹੀਂ ਕਿ ਮੇਰੀ ਲਿਸਟ ਦੇ ਵਿੱਚ ਪਹਿਲਾਂ ਜੇ ਟੀਵੀ ਲਿਖਿਆ ਤੇ ਟੀਵੀ ਵਾਲੀ ਸ਼ਾਪ ਮੈਨੂੰ ਇੱਥੇ ਦਿਖ ਰਹੀ ਹੈ, ਮੈਂ ਇੱਥੋਂ ਭੱਜਿਆ ਜੀ, ਇੱਥੋਂ ਮੈਂ ਭੱਜਿਆ, ਮੈਂ ਪਹਿਲਾਂ ਟੀਵੀ ਵਾਲੀ ਸ਼ਾਪ ਤੇ ਆਇਆ ਹਨਾ, ਫਿਰ ਮੈਂ ਦੇਖਿਆ ਜੀ ਵੀ ਮੋਬਾਈਲ ਵਾਲੀ ਸ਼ਾਪ ਤਾਂ ਪਿੱਛੇ ਰਹਿ ਗਈ, ਫਿਰ ਇੱਥੋਂ ਮੈਂ ਪਿੱਛੇ ਗਿਆ। ਕਹਿਣ ਦਾ ਮਤਲਬ ਕੀ ਹੈ, ਬੱਚੇ ਕੀ ਕਰਦੇ ਨੇ, ਕੀਵਰਡ ਚੱਕ ਕੇ ਪਹਿਲਾ ਪੈਸੇਜ ਛੱਡ ਦੇਣਗੇ, ਦੂਜਾ ਪੈਸੇਜ ਛੱਡ ਦੇਣਗੇ, ਜਿਹੜਾ ਕੀਵਰਡ ਲੱਭੂਗਾ ਉੱਥੋਂ ਜੇ ਲੱਗ ਜਾਣਗੇ ਤੀਜੇ ਪੈਰੇ ਚੋਂ, ਫਿਰ ਕੀਵਰਡ ਲੱਭੂਗਾ ਫਿਰ ਪਹਿਲੇ 'ਚ ਆ ਜਾਣਗੇ। ਏਦਾਂ ਕੀ ਹੈ, ਇੱਕ ਤਾਂ ਤੁਹਾਨੂੰ ਸਟੋਰੀ ਨਹੀਂ ਪਤਾ ਲੱਗਦੀ ਰੀਡਿੰਗ ਦੀ। ਜਦੋਂ ਸਟੋਰੀ ਨਹੀਂ ਪਤਾ ਲੱਗਦੀ, ਤੁਹਾਡਾ ਮਾਈਂਡ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਉਲਝਾ ਲੈਂਦੇ ਹੋ, ਉਹ ਕਹਿੰਦਾ ਬਸ ਕਰ। ਫਿਰ ਤੁਹਾਡਾ ਦਿਲ ਕਰਦਾ ਵੀ ਹੁਣ ਰੀਡਿੰਗ ਪਾੜ ਦਈਏ। ਰੀਡਿੰਗ ਨੂੰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਜੋ ਮੈਂ ਤੁਹਾਨੂੰ ਕਰਵਾਇਆ। ਇਸ ਤੋਂ ਈਜ਼ੀ ਕੋਈ ਲੱਭਣਾ ਨਹੀਂ। 4 ਕੁਐਸਚਨ, 2 ਉਹਦੇ ਮਾਈਂਡ 'ਚ ਕਰ ਲਏ ਨੇ। ਹੁਣ ਆਪਾਂ ਇੱਥੋਂ ਪੜ੍ਹਦੇ ਹਾਂ। ਕਹਿੰਦੇ ਜਦੋਂ 14 ਸਾਲਾਂ ਦਾ ਸੀਗਾ, ਵਿਲੀਅਮ ਨੇ ਕਹਿੰਦਾ ਬਿਲਟ ਕਰ ਦਿੱਤਾ ਇੱਕ ਸੀਰੀਜ਼ ਆਫ ਵਿੰਡ ਮਿਲ ਕੁਡ ਜਨਰੇਟ ਇਲੈਕਟ੍ਰੀਸਿਟੀ ਅਫਰੀਕਨ ਵਿਲੇਜ। ਆ ਪਿੰਡਾਂ ਦੇ ਨਾਮ ਲਿਖੇ ਪਏ ਨੇ। ਕਹਿੰਦੇ ਜਿਹੜਾ ਬਿਜਲੀ ਪੈਦਾ ਕਰ ਸਕਦਾ ਸੀਗਾ। ਠੀਕ ਹੈ, ਮੈਂ ਇੰਗਲਿਸ਼ ਵੀ ਨਹੀਂ ਪੜ੍ਹੀ, ਸਿੱਧਾ ਉਹਨੂੰ ਪੰਜਾਬੀ 'ਚ ਹੀ ਬੋਲ ਦਿੱਤਾ। ਠੀਕ ਹੈ, ਕਿਉਂਕਿ ਮੈਨੂੰ ਦਿਖ ਰਿਹਾ ਲਿਖਿਆ ਹੋਇਆ ਕਿ 14 ਸਾਲਾਂ ਦਾ, ਐਟ ਓਨਲੀ 14 ਈਅਰ। ਠੀਕ ਹੈ, ਅੱਗੇ ਕਹਿੰਦੇ 2002 ਵਿਲੀਅਮ ਜਿਹੜਾ ਸੀਗਾ ਹੈਡ ਟੂ ਡ੍ਰੌਪ ਆਊਟ ਸਕੂਲ, ਉਹਨੂੰ ਸਕੂਲ ਛੱਡਣਾ ਪੈ ਗਿਆ। ਐਜ਼ ਹਿਜ਼ ਫਾਦਰ ਮੇਜ਼ ਐਂਡ ਤੰਬਾਕੂ ਫਾਰਮਰ ਕੁਡ ਨਾਟ ਲੋਂਗਰ ਅਫੋਰਡ ਸਕੂਲ ਫੀਸ। ਉਹਦਾ ਜਿਹੜਾ ਫਾਦਰ ਸੀਗਾ, ਉਹਦੀ ਸਕੂਲ ਦੀ ਫੀਸ ਨਹੀਂ ਭਰ ਪਾਇਆ। ਬਟ ਡਿਸਪਾਈਟ ਦਿਸ ਸੈਟਬੈਕ, ਇਹ ਚੀਜ਼ ਹੋਣ ਦੇ ਬਾਵਜੂਦ, ਆਹ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਨੇ ਰੀਡਿੰਗ ਦੇ ਵਿੱਚ। ਜਦੋਂ ਇਦਾਂ ਦੇ ਵਰਡ ਆ ਜਾਂਦੇ ਨੇ, ਉੱਥੇ ਕਿਤੇ ਕਹਾਣੀ ਹੁੰਦੀ ਹੈ। ਠੀਕ ਹੈ, ਕਹਿੰਦੇ ਡਿਸਪਾਈਟ, ਆਹ ਚੀਜ਼ ਹੋਣ ਦੇ ਬਾਵਜੂਦ, ਡਿਸਪਾਈਟ ਦਾ ਮਤਲਬ ਹੁੰਦਾ ਦੇ ਬਾਵਜੂਦ। ਠੀਕ ਹੈ, ਇਹ ਚੀਜ਼ ਹੋਣ ਦੇ ਬਾਵਜੂਦ, ਇਹ ਕਿਹੜੀ ਚੀਜ਼, ਮਤਲਬ ਸਕੂਲ ਛੱਡਣ ਦੇ ਬਾਵਜੂਦ, ਵਿਲੀਅਮ ਵਾਸ ਡੈਟਰਮਾਈਂਡ ਟੂ ਹਿਜ਼ ਐਜੂਕੇਸ਼ਨ, ਗੈਟ ਹਿਜ਼ ਐਜੂਕੇਸ਼ਨ। ਉਹ ਪੜ੍ਹਾਈ ਨਾਲ ਕਹਿੰਦੇ ਜੁੜਿਆ ਰਿਹਾ, ਇੱਛੁਕ ਰਿਹਾ। ਹੀ ਬਿਗਨ ਵਿਜ਼ਿਟਿੰਗ ਅ ਲੋਕਲ ਲਾਇਬ੍ਰੇਰੀ that had just opened in his old primary school, where he discovered a tattered science book with only a rudimentary grasp of English. He taught himself basic physics mainly by studying photos and diagrams. Another book he found there featured windmill on the cover, inspired him to build on his own. ठीक है, ਹੁਣ ਮੈਂ ਇਹਦੀ ਪੰਜਾਬੀ ਦੱਸ ਦਿੰਦਾ ਉਹਨੇ ਕੀ ਗੱਲਾਂ ਕੀਤੀਆਂ ਨੇ।
ਕਹਿੰਦੇ ਉਹਦਾ ਸਕੂਲ ਛੁੱਟ ਗਿਆ, ਪਰ ਉਹਨੇ ਪੜ੍ਹਨਾ ਨਹੀਂ ਛੱਡਿਆ ਵਿਲੀਅਮ ਨੇ। ਉਹਨੇ ਕੀ ਕੀਤਾ, ਜਿਹੜੀ ਸਕੂਲ ਦੀ ਲਾਇਬ੍ਰੇਰੀ ਸੀ ਨਾ ਉੱਥੇ ਜਾਂਦਾ ਸੀਗਾ, ਠੀਕ ਹੈ। ਤੇ ਉਹਨੂੰ ਕੋਈ ਬੁੱਕਸ ਮਿਲੀਆਂ ਸਾਇੰਸ ਦੀਆਂ, ਟੈਟਰਡ ਸਾਇੰਸ ਬੁੱਕਸ ਉਹਨੂੰ ਮਿਲੀਆਂ। ਅੱਗੋਂ ਕਹਿੰਦੇ ਵੀ ਜਿੰਨਾ ਕੁ ਉਹਨੇ, ਦੇਖੋ ਉੱਥੇ ਉਹਨਾਂ ਨੇ ਇੱਥੇ ਕਿਹਾ ਹੈ ਕਿ ਉਹਨੂੰ ਸਕੂਲ ਛੱਡਣਾ ਪੈ ਗਿਆ, ਹਨਾ। ਤਾਂ ਆਹ ਲਾਈਨ ਦਾ ਮਤਲਬ ਕਿ ਵਿਦ ਓਨਲੀ ਅ ਰੂਡੀਮੈਂਟਰੀ ਗ੍ਰੈਸਪ ਆਫ ਇੰਗਲਿਸ਼, ਮਤਲਬ ਉਹ ਇੱਕ ਕਾਲਾ ਸੀਗਾ, ਨੀਗਰੋ ਸੀਗਾ, ਉੱਥੇ ਇੰਗਲਿਸ਼ ਲੈਂਗੁਏਜ ਬੋਲੀ ਜਾਂਦੀ ਹੋਣੀ ਆ, ਜਾਂ ਜੋ ਵੀ ਭਾਸ਼ਾ ਬੋਲੀ ਜਾਂਦੀ ਹੋਣੀ ਹੈ, ਠੀਕ ਹੈ। ਰੂਡੀਮੈਂਟਰੀ ਹੁੰਦੀ ਫੰਡਾਮੈਂਟਲ, ਬੇਸਿਕ। ਕਹਿੰਦੇ ਉਹਨੂੰ ਜਿੰਨੀ ਕੁ ਇੰਗਲਿਸ਼ ਆਉਂਦੀ ਸੀਗੀ, ਉਹਨੇ ਆਪਣੇ ਆਪ ਨੂੰ ਫਿਜ਼ਿਕਸ ਸਿਖਾਈ, ਮੇਨਲੀ ਬਾਈ ਸਟੱਡਿੰਗ ਫੋਟੋਜ਼ ਐਂਡ ਡਾਇਗ੍ਰਾਮ, ਫੋਟੋਆਂ ਦੇਖ ਦੇਖ ਕੇ, ਅਬਜ਼ਰਵ ਕਰ ਕਰਕੇ, ਡਾਇਗ੍ਰਾਮਸ ਦੇਖ ਕੇ। ਕਹਿੰਦੇ ਇੱਕ ਬੁੱਕ ਉਹਨੂੰ ਹੋਰ ਮਿਲੀ ਜਿਹਦੇ ਉੱਪਰ ਵਿੰਡ ਮਿਲ ਦੀ ਪਿਕਚਰ ਬਣੀ ਹੋਈ ਸੀ ਉਹਦੇ ਕਵਰ ਤੇ ਉਹ ਇਨਸਪਾਇਰ ਹੋ ਗਿਆ ਵੀ ਮੈਂ ਵਿੰਡ ਮਿਲ ਬਣਾਉਂਗਾ। ਹੁਣ ਤੁਸੀਂ ਇਹ ਦੱਸੋ ਜੀ ਆਨਸਰ ਕੀ ਹੈ? ਵਿਲੀਅਮ ਲਰਨਡ ਸਮ ਡੈਸ਼ ਫਰੋਮ ਅ ਲਾਇਬ੍ਰੇਰੀ ਬੁੱਕ। ਮੈਂ ਦੱਸਣ ਨੂੰ ਤੁਹਾਨੂੰ ਐਗਜ਼ੈਕਟ ਉਹੀ ਲਾਈਨ ਵੀ ਦੱਸ ਸਕਦਾ, ਪਰ ਮੈਂ ਤੁਹਾਡਾ ਮਾਈਂਡ ਜਿਹੜਾ ਸ਼ਾਰਪ ਕਰਨਾ ਚਾਹੁੰਦਾ, ਠੀਕ ਹੈ। ਦੱਸੋ ਜੀ, ਇਸ ਪੈਰੇ ਚ ਆਨਸਰ ਹੈ, ਲਗਾਓ। No more than two words, okay? No more than two words, one word भी हो सकता है, पर two word तो ज्यादा आंसर नहीं होएगा। लगाओ जी लगाओ। ओके, जिन्हों ਦੇ ਰੋਂਗ ਨੇ ਮੈਂ ਉਹਨਾਂ ਦੇ ਬੋਲ ਦਿਆਂਗਾ, ਕਿਉਂਕਿ 40 ਬੱਚਿਆਂ ਦੇ ਆਨਸਰ ਮੇਰੇ ਤੋਂ ਸਾਰਿਆਂ ਦੇ ਨਹੀਂ ਬੋਲੇ ਜਾਣੇ, ਪਰ ਜਿਨ੍ਹਾਂ ਦਾ ਰੋਂਗ ਹੈ ਉਹਨਾਂ ਦੀ ਮੈਜੋਰਟੀ ਘੱਟ ਹੋਊਗੀ, ਤਾਂ ਇਸ ਕਰਕੇ ਮੈਂ ਉਹਨਾਂ ਦੇ ਬੋਲ ਦਿੰਦਾ, ਠੀਕ ਹੈ। ਤਾਂ ਦੇਖੋ, ਜਿਹੜੇ ਵੀ ਬੱਚਿਆਂ ਨੇ ਹਾਲੇ ਲਾ ਲਓ ਆਨਸਰ, ਮੈਂ ਫਿਰ ਦੱਸੂਗਾ। ओके, कुछ बच्चे ला रहे ने फोटोज एंड डायग्राम्स, कुछ टैटर्ड साइंस लगा रहे ने, कुछ लगा रहे ने ओके, जिन्हों का रॉन्ग हो रहा है इस पर्पज तो रॉन्ग हो रहा है। देखो मैं दसदा, विलियम लर्नड सम डैश फ्रॉम अ लाइब्रेरी बुक। एक बार फिर ध्यान नाल सुनो, एक बार कर लोगे, मैं कहना दोबारा करने की लोड़ नहीं, पर जे ध्यान नाल कर लोगे तो ठीक है। ओके, कहते उन्हें लाइब्रेरी च जाना शुरू कर दिता, ਜਿਹੜੀ ओल्ड सी स्कूल, वेयर ही डिस्कवर्ड सम, ਇਹ ਤਾਂ ਉਹਨੂੰ ਦੇਖੋ ਲੱਭੀਆਂ ਸੀ। ਜਿਹੜੇ ਬੱਚੇ ਕਹਿ ਰਹੇ ਨਾ ਟੈਟਰਡ ਸਾਇੰਸ ਬੁੱਕਸ, ਹਨਾ, ਜੇ ਮੰਨ ਲਓ ਤੁਸੀਂ ਟੈਟਰਡ ਸਾਇੰਸ ਲਾਉਂਦੇ ਹੋ ਤਾਂ ਆਨਸਰ ਦੀ ਕੋਈ ਸੈਂਸ ਹੀ ਨਹੀਂ ਬਣਦੀ। ਜਾਂ ਤਾਂ ਇਹ ਤਿੰਨੋਂ ਵਰਡ ਹੋਣ, ਪਰ ਉਹਨਾਂ ਨੇ no more than two word ਕਹੇ ਨੇ, ਇਹ ਨਹੀਂ ਹੋ ਸਕਦਾ। with only a rudimentary grasp of English, ਜਿੰਨੀ ਕਿ ਇੰਗਲਿਸ਼ ਆਉਂਦੀ ਸੀ, taught himself basic physics, ਉਹਨੇ ਆਪਣੇ ਆਪ ਨੂੰ ਬੇਸਿਕ ਫਿਜ਼ਿਕਸ ਸਮਝਾਈ। ਕਿੱਥੋਂ? ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਵਿੱਚੋਂ, ਕਿਉਂਕਿ ਸਕੂਲ ਤਾਂ ਉਹ ਛੱਡ ਚੁੱਕਿਆ ਸੀਗਾ, ਠੀਕ ਹੈ। ਤਾਂ ਚਾਹੇ ਤਾਂ ਬੇਸਿਕ ਫਿਜ਼ਿਕਸ ਲਾ ਦੋ, ਚਾਹੇ ਫਿਜ਼ਿਕਸ ਲਾ ਦੋ, ਦੋਨੋਂ ਆंसर ठीक ने, दोनों आंसर ठीक ने। ओके, चलो अगला क्वेश्चन देखो, कहते फर्स्ट ही बिल्ट अ डैश ऑफ द विंड मिल, ਉਹਨੇ ਵਿੰਡ ਮਿਲ ਦਾ ਡੈਸ਼ ਬਣਾਇਆ। ਚਲੋ ਅੱਗੇ ਦੇਖਦੇ ਹਾਂ ਜੀ, ਜਿਨ੍ਹਾਂ ਦਾ ਰੋਂਗ ਹੋਇਆ ਕਲੀਅਰ ਹੋ ਗਿਆ। ਹਾਂਜੀ ਰਾਜੇ ਸਾਰਿਆਂ ਨੂੰ। ਤਾਂ ਆਪਾਂ ਅੱਗੇ ਪੜਿਆ ਸੀਗਾ ਕਿ ਉਹਨੇ ਕਵਰ ਦੇਖਿਆ ਕਿਸੇ ਬੁੱਕ ਦਾ ਜਿਹਦੇ ਉੱਪਰ ਵਿੰਡ ਮਿਲ ਬਣੀ ਹੋਈ ਸੀ। ਵਿੰਡ ਮਿਲ ਕੀ ਹੈ? ਇਹ ਦੇਖੋ, ਇਹ ਵਾਲੀ ਵਿੰਡ ਮਿਲ ਹੁੰਦੀ ਆ, ਆ ਜਿਹੜਾ ਪੱਖਾ ਲਾਈਕ ਲੈਡਰ ਜੀ ਹੁੰਦੀ ਨਾ, ਇਹਦੇ ਉੱਪਰ, ਇਹਦੇ ਤੋਂ એનર્ਜੀ ਪੈਦਾ ਹੁੰਦੀ ਆ। ਆਪਾਂ ਮੁੰਬਈ ਵਾਲੀ ਸਾਈਡ ਟ੍ਰੇਨ ਤੇ ਜਾਂਦੇ ਆ ਤਾਂ ਇਹ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਆਉਂਦੀਆਂ ਨੇ, ਠੀਕ ਹੈ। He started by constructing a small model. Then with the help of cousin and friends, he spent many weeks searching scrapyard and found old tractor fans, shock absorb plastic pipe and bicycle part when he used build the real thing. Okay, ਕਹਿੰਦੇ ਉਹਨੂੰ ਸ਼ੁਰੂ ਕੀਤਾ ਇੱਕ ਛੋਟਾ ਜਿਹਾ ਮਾਡਲ ਕੰਸਟਰਕਟ ਕੀਤਾ। ਦੈਨ ਉਸ ਤੋਂ ਬਾਅਦ ਉਹਨੇ ਆਪਣੇ ਕਜ਼ਨ ਤੇ ਆਪਣੇ ਦੋਸਤਾਂ ਦੀ ਮਦਦ ਦੇ ਨਾਲ ਕੁਝ ਗੰਦ ਦੇ ਵਿੱਚੋਂ ਕੁਝ ਚੀਜ਼ਾਂ ਲੱਭੀਆਂ। ਸਕ੍ਰੈਪ ਯਾਰਡ ਹੁੰਦਾ ਲਾਈਕ ਪੁਰਾਣਾ ਜਿਹੜਾ ਲੋਹੇ ਦਾ ਸਮਾਨ ਜਿਹਨੂੰ ਲਾਈਕ ਕ੍ਰੈਸ਼ ਕਰਕੇ ਸਿੱਟ ਦਿੱਤਾ ਜਾਂਦਾ, ਉਹਦੇ ਚ ਉਹਨੇ ਕੁਝ ਸਮਾਨ ਲੱਭਿਆ। ਤਾਂ ਇਹ ਦੇਖੋ, ਫਸਟ ਹੀ ਬਿਲਟ ਅ ਡੈਸ਼, ਬਹੁਤ ਈਜ਼ੀ ਹੈ, ਲਗਾਓ ਆਂਸਰ। ਉਹਨੇ ਇੱਕ ਚੀਜ਼ ਬਣਾਈ,
No more than 2 word. Minimum 1 word, more than 2 words. Okay. ਓਕੇ, ਕੁਝ ਬੱਚਿਆਂ ਦਾ ਆਨਸਰ ਠੀਕ ਹੈ, ਕੋਈ ਇੱਕ ਦੋ ਬੱਚਿਆਂ ਦਾ ਗਲਤ ਹੈ। ਤਾਂ ਉਹਨੇ ਰਾਜੇ ਸਮਾਲ ਮਾਡਲ ਪਹਿਲਾਂ ਪਹਿਲਾਂ ਬਣਾਇਆ। ਕਿਵੇਂ ਪਤਾ ਲੱਗਿਆ ਮੈਂ ਦੱਸਦਾ। ਕਹਿੰਦੇ ਫਸਟ, ਹੁਣ ਇੱਧਰ ਤੁਸੀਂ ਕਹੋਗੇ ਸਰ ਇੱਧਰ ਤਾਂ ਕੋਈ ਫਸਟ ਵਰਡ ਲਿਖਿਆ ਨਹੀਂ, ਪਰ ਹੀ ਸਟਾਰਟਡ ਬਾਈ ਕੰਸਟਰਕਟਿੰਗ। ਸਟਾਰਟਡ ਬਾਈ ਕੰਸਟਰਕਟਿੰਗ ਮਤਲਬ ਉਹਨੇ ਸ਼ੁਰੂ ਕੀਤਾ। ਤਾਂ ਸ਼ੁਰੂ ਕਰਨ ਤੋਂ ਬਾਅਦ ਜਿਹੜਾ ਪਹਿਲਾ ਕੰਮ ਉਹਨੇ ਕੀਤਾ, ਉਹਨੇ ਇੱਕ ਸਮਾਲ ਮਾਡਲ ਬਣਾਇਆ ਸੀਗਾ। ਅਗਲਾ ਕੁਐਸਚਨ ਹੈਗਾ, ਦੈਨ ਹੀ ਕਲੈਕਟਡ ਮਟੀਰੀਅਲ ਫਰੋਮ ਡੈਸ਼ ਵਿਦ ਅ ਰਿਲੇਟਿਵ। ਆਪਦੇ ਕਿਸੇ ਰਿਲੇਟਿਵ ਨੂੰ ਨਾਲ ਲੈ ਕੇ ਉਹਨੇ ਮਟੀਰੀਅਲ ਕਲੈਕਟ ਕੀਤਾ ਫਰੋਮ ਡੈਸ਼। ਲਗਾਓ ਜੀ ਆਂਸਰ। ਮੈਂ ਟ੍ਰਾਂਸਲੇਟ ਕਰਾਂਗਾ ਪਰ ਬਾਅਦ ਚ। ਸਪੈਲਿੰਗ ਦਾ ਧਿਆਨ ਰੱਖਣਾ, ਠੀਕ ਹੈ ਜੀ। ਓਕੇ, ਵੈਰੀ ਗੁੱਡ। ਨਾਪ੍ਰੀਤ ਤੁਹਾਡਾ ਰੌਂਗ ਹੈ। ਰਮਨ ਮਾਨ ਠੀਕ ਹੈ। ਰੂਬੀ ਦੇਵੀ ਠੀਕ ਹੈ। ਰਣਜੀਤ ਕੌਰ ਸਪੈਲਿੰਗ ਦਾ ਧਿਆਨ ਕਰੋ, ਉਹਦਾ ਆਂਸਰ ਠੀਕ ਹੈ। ਨਾਪ੍ਰੀਤ, ਲਖਵਿੰਦਰ ਕੌਰ ਬਠਿੰਡਾ, ਲਖਵੀਰ ਸਿੰਘ, ਰੂਬੀ, ਆਈਫੋਨ, ਮਨਪ੍ਰੀਤ ਸੈਣੀ, ਸਕੀਨਾ, ਮਨਪ੍ਰੀਤ ਕੌਰ, ਸ਼ਬਨਮ, ਦੀਪਿਕਾ ਸ਼ਰਮਾ, ਰਣਜੀਤ, ਸ਼ੈਲੀ ਸੱਬਰਵਾਲ, ਸਭ ਦਾ ਠੀਕ ਹੈ। ਮਨਪ੍ਰੀਤ ਤੁਹਾਡਾ ਰੌਂਗ ਹੈ, ਦਿਸ ਇਜ਼ ਨਾਟ ਦੀ ਰਾਈਟ ਆਂਸਰ। ਬਾਕੀ ਸਭ ਦਾ ਠੀਕ ਹੈ। ਓਕੇ, ਚਲੋ। ਤਾਂ ਦੇਖੋ ਉਹਨੇ ਕੀ ਕੀਤਾ ਸੀਗਾ, ਦੈਨ ਹੀ ਕਲੈਕਟਡ ਮਟੀਰੀਅਲ ਫਰੋਮ ਡੈਸ਼ ਵਿਦ ਅ ਰਿਲੇਟਿਵ। ਉਹਨੇ ਫਰੋਮ, ਦੇਖੋ ਮੈਂ ਤੁਹਾਨੂੰ ਉਦੋਂ ਪੰਜਾਬੀ ਚ ਦੱਸ ਵੀ ਗਿਆ ਸੀਗਾ ਸਕ੍ਰੈਪ ਯਾਰਡ ਕੀ ਹੁੰਦਾ ਹੈਗਾ, ਜਿੱਥੇ ਮੈਂ ਇੱਕ ਮਿੰਟ ਫੋਟੋ ਦਿਖਾ ਦਿੰਦਾ ਤੁਹਾਨੂੰ, ਜ਼ਿਆਦਾ ਕਲੀਅਰ ਹੋ ਜਾਊਗਾ। ਤਾਂ ਇਹ ਹੁੰਦਾ ਜੀ ਸਕ੍ਰੈਪ ਯਾਰਡ। ਤੁਸੀਂ ਟਾਰਜਨ ਫਿਲਮ ਦੇਖੀ ਹੋਣੀ ਹੈ, ये मेरे पापा की कार है, आपके लिए तो ये कबाड़ा है बट मेरे लिए ये सारी लाइफ है ना, ਉਹ ਇਦਾਂ ਡਾਇਲੋਗ ਬੋਲਦਾ। ਇਹ ਹੁੰਦਾ ਸਕ੍ਰੈਪ ਯਾਰਡ, ਠੀਕ ਹੈ, ਜਿੱਥੇ ਸਾਰਾ ਇਹਨੂੰ ਭੰਗਾਰ ਦਿੱਤਾ ਜਾਂਦਾ। ਦੇਖੋ ਗੱਡੀਆਂ ਕਿਸੇ ਟਾਈਮ ਇਹੀ 5-6 ਲੱਖ ਦੀਆਂ ਨਿਕਲੀਆਂ ਹੋਣੀਆਂ ਮਾਰਕੀਟ ਚੋਂ, ਅੱਜ ਇਹ ਲੋਹੇ ਦੇ ਭਾਅ ਨੇ। ਤਾਂ ਸਕ੍ਰੈਪ ਯਾਰਡ ਦੇ ਵਿੱਚੋਂ ਉਹਨੇ ਕਲੈਕਟ ਕਰਨਾ ਸ਼ੁਰੂ ਕੀਤਾ ਮਟੀਰੀਅਲ, ਠੀਕ ਹੈ। ਤਾਂ ਥਰਡ ਦਾ ਆਨਸਰ ਹੋ ਗਿਆ ਸਕ੍ਰੈਪ ਯਾਰਡ। ਅੱਗੇ ਕਹਿੰਦੇ ਹੀ ਮੇਡ ਦੀ ਵਿੰਡ ਮਿਲ ਬਲੇਡਸ ਫਰੋਮ ਪੀਸਿਸ ਆਫ ਡੈਸ਼। ਪੀਸਿਸ ਆਫ ਡੈਸ਼, ਚਲੋ ਦੇਖਦੇ ਹਾਂ ਇਦਾਂ ਦੀ ਗੱਲ ਕਿੱਥੇ ਹੋ ਰਹੀ ਹੈ। ਓਕੇ, found old tractor fans, shock observers, plastic pipe, bicycle part when used, built the real thing. Okay, for windmill blades, William cut some bath pipe in two lengthwise, then heated the pieces over hot coals to press the curled edge flat. To bore holes into the blades, he stuck a nail through half of the carbon, heated the metal red and twisted it through the blade. Okay, ਜੇ ਮੈਂ ਤੁਹਾਨੂੰ ਕਹਾਂ ਕਿ ਐਨੀ ਕੁ ਲੋਕੇਸ਼ਨ ਦੇ ਵਿੱਚ 4th ਨੰਬਰ ਕੁਐਸਚਨ ਦਾ ਆਨਸਰ ਹੈ, then what could be the answer? Send your answer in chat box. I'm watching your answer. ਰਣਜੀਤ ਕੌਰ ਠੀਕ ਹੈ। ਗਗਨਪ੍ਰੀਤ ਰੌਂਗ ਹੈ ਤੁਹਾਡਾ ਆਨਸਰ। ਰੂਬੀ ਦੇਵੀ ਠੀਕ ਹੈ। ਸਕੀਨਾ ਠੀਕ ਹੈ। ਗੁਰਪ੍ਰੀਤ ਕੌਰ ਠੀਕ ਹੈ। ਮਨਪ੍ਰੀਤ ਕੌਰ ਰੌਂਗ। ਅਮਨਪ੍ਰੀਤ ਕੌਰ ਠੀਕ ਹੈ। ਆਈਫੋਨ ਰੌਂਗ। ਮਨਪ੍ਰੀਤ ਕੌਰ ਠੀਕ ਹੈ। ਲਖਵੀਰ ਸਿੰਘ ਰੌਂਗ। ਸੁਖਮਨੀ ਠੀਕ ਹੈ। ਲਖਵਿੰਦਰ ਕੌਰ ਠੀਕ ਹੈ। ਦੀਪਿਕਾ ਸ਼ਰਮਾ ਰੌਂਗ। ਅਰਸ਼ਦੀਪ ਕੌਰ ਰੌਂਗ। ਸ਼ੈਲੀ ਰੌਂਗ। ਕੋਮਲ ਠੀਕ ਹੈ। ਜਸਪ੍ਰੀਤ ਕੌਰ ਰੌਂਗ। ਲਖਵੀਰ ਸਿੰਘ ਅਗੇਨ ਰੌਂਗ। ਰਮਨ ਮਾਨ ਰੌਂਗ। ਥੋੜਾ ਜਿਹਾ ਬਸ ਐਵੇਂ ਕਹਿ ਲਓ ਕਿ ਤਿਣਕਾ ਕੁ ਗਲਤ ਹੈ ਤੁਹਾਡਾ ਆਨਸਰ। ਮਤਲਬ ਲਾ ਸਹੀ ਰਹੇ ਹੋ, ਪਰ ਤੁਸੀਂ ਇਹ ਗੱਲ ਭੁੱਲ ਜਾਂਦੇ ਹੋ ਕਿ no more than 2 words। ਕੋਈ ਆਨਸਰ 1 word ਹੁੰਦਾ ਹੈ, ਪਰ ਧਿਆਨ ਰੱਖੀਦਾ ਹੁੰਦਾ ਹੈ। ਕਹਿੰਦੇ then he collected, okay ਆਪਾਂ ਲਾ ਲਿਆ। he made the wind blades from pieces of dash, ਕਹਿੰਦੇ ਉਹਨੇ ਵਿੰਡ ਮਿਲ ਦੇ ਬਲੇਡ ਬਣਾਏ
ਫਰੋਮ ਪੀਸਿਸ ਆਫ ਡੈਸ਼, ਕਿਸ ਚੀਜ਼ ਦੇ ਨਾਲ, ਦੇਖੋ ਫਰੋਮ ਵਿੰਡ, ਫੋਰ ਦਾ ਮਤਲਬ ਕੀ ਹੁੰਦਾ, ਲਈ, ਫੋਰ ਵਿੰਡ ਮਿਲ ਬਲੇਡਸ ਦੇ ਲਈ ਵਿਲੀਅਮ ਕੱਟ ਸਮ ਬਾਥ ਪਾਈਪ, ਮਤਲਬ ਵਾਸ਼ਰੂਮ ਦੀ ਪਾਈਪ, ਨਹਾਉਣ ਵਾਲੀਆਂ ਜਿਹੜੀਆਂ ਲੋਹੇ ਦੀਆਂ ਪਾਈਪਾਂ ਹੁੰਦੀਆਂ ਨੇ ਵੱਡੀਆਂ, ਉਹਨੇ ਉਹਨਾਂ ਨੂੰ ਕੱਟ ਕੀਤਾ ਟੂ ਲੈਂਥ ਵਾਈਜ਼, ਮਤਲਬ ਮੰਨ ਕੇ ਚਲੋ ਜੇ ਇੱਕ 5 ਫੁੱਟ ਦੀ ਰੱਖੀ ਉਹਨੇ, ਦੂਜੀ ਵੀ 5 ਫੁੱਟ ਦੀ ਰੱਖੀ, ਦੋ ਸੇਮ ਲੈਂਥ ਤੇ ਉਹਨੇ ਕੱਟ ਕਰੀਆਂ। ਠੀਕ ਹੈ, ਤਾਂ ਬਾਥ ਪਾਈਪ ਇਜ਼ ਆਰ ਆਂਸਰ। ਉੱਪਰ ਵਾਲੇ ਦਾ ਸਕ੍ਰੈਪ ਯਾਰਡ ਸੀਗਾ ਤੇ ਇਹਦਾ ਸੀਗਾ ਸਮਾਲ ਮਾਡਲ। ਓਕੇ, ਅੱਗੇ ਆਪਣੇ ਕੋਲ 5th ਕੁਐਸਚਨ ਹੈ, ਹੀ ਫਿਕਸਡ ਦੀ ਬਲੇਡ ਟੂ ਅ ਡੈਸ਼, ਇੱਕ ਚੀਜ਼ ਦੇ ਨਾਲ ਉਹਨੇ ਬਲੇਡ ਫਿਕਸ ਕਰ ਦਿੱਤੇ, ਐਂਡ ਦੈਨ ਟੂ ਪਾਰਟ ਆਫ ਅ ਬਾਈਸਾਈਕਲ, ਫਿਕਸ ਦੀ ਬਲੇਡਸ ਟੂ, ਆਪਾਂ ਇਹ ਦੇਖਣਾ ਪਿਆ ਉਹਨੇ ਬਲੇਡ ਜਿਹੜੇ ਸੀਗੇ ਉਹ ਕਿਸ ਚੀਜ਼ ਨਾਲ ਫਿਕਸ ਕੀਤੇ ਸੀ। ਚਲੋ ਪੜ੍ਹਦੇ, ਇੱਥੋਂ ਤੱਕ ਆਪਾਂ ਪੜ੍ਹ ਲਿਆ ਸੀਗਾ, ਠੀਕ ਹੈ। it took 3 hours to repeatedly heat the nail and bore the holes. He attached the blades to tractor fan using proper nuts and bolts and then to the back axle of bicycle. Okay, ਸਾਈਕਲ ਦੇ ਬੈਕ ਐਕਸਲ ਦੇ ਨਾਲ ਉਹਨੇ ਇਹਨਾਂ ਨੂੰ ਜੋੜ ਦਿੱਤਾ। ਐਕਸਲ ਪਤਾ ਹੋਣਾ ਸਭ ਨੂੰ, ਜਿਹਦੇ ਉੱਪਰ ਚੇਨ ਚੱਲਦੀ ਹੈ ਸਾਈਕਲ ਦੀ, ਠੀਕ ਹੈ। ਓਕੇ, ਜਾਨੀ ਕਿ ਇੱਥੇ ਗੱਲਬਾਤ ਹੋ ਰਹੀ ਹੈ, ਆਨਸਰ ਵੀ ਇੱਥੇ ਹੋਊਗਾ। ਤਾਂ ਇੰਨੀ ਗੱਲ ਦੇ ਵਿੱਚ ਸਾਈਕਲ ਦੀ ਗੱਲ ਆਈ ਹੈ। ਆ ਦੇਖੋ ਬਾਈਸਾਈਕਲ, ਦੇਖੋ ਜੀ ਕੀਵਰਡ ਆਨਸਰ ਹੋ ਸਕਦਾ no more than 2 word or minimum 1 word. He fixed the blades to a dash. Very good, very good. Okay, ਤਕਰੀਬਨ ਸਭ ਬੱਚਿਆਂ ਦਾ ਆਨਸਰ ਠੀਕ ਹੈ। ਇੱਕ ਅੱਧੇ ਬੱਚੇ ਦਾ ਆਨਸਰ ਗਲਤ ਹੋਇਆ, ਬਾਕੀ ਸਭ ਦਾ ਠੀਕ ਹੈ। ਆਨਸਰ ਇਜ਼ ਟਰੈਕਟਰ ਫੈਨ, ਠੀਕ ਹੈ। ਹੀ ਫਿਕਸਡ ਦੀ ਬਲੇਡ ਟੂ ਆ, ਤਾਂ ਦੇਖੋ ਬਲੇਡ ਟੂ ਆ ਟਰੈਕਟਰ ਫੈਨ, ਜਿਹੜਾ ਟਰੈਕਟਰ ਦਾ ਪੱਖਾ ਹੁੰਦਾ ਹੈਗਾ ਉਹਦੇ ਨਾਲ ਉਹਨੇ ਬਲੇਡ ਜਿਹੜੇ ਸੀਗੇ ਫਿਕਸ ਕਰ ਦਿੱਤੇ, ਠੀਕ ਹੈ। ਜਿਨ੍ਹਾਂ ਨੂੰ ਹਾਲੇ ਵੀ ਨਹੀਂ ਪਤਾ ਲੱਗਿਆ ਵੀ ਟੌਪਿਕ ਕੀ ਹੈ, ਟੌਪਿਕ ਹੈਗਾ ਵਿਲੀਅਮ ਦੀ ਲਾਈਫ ਦੇ ਬਾਰੇ। ਉਹ ਕਰ ਕੀ ਰਿਹਾ ਸੀਗਾ, ਉਹ ਵਿੰਡ ਮਿਲ ਕ੍ਰੀਏਟ ਕਰ ਰਿਹਾ ਸੀ। ਆ ਹੁੰਦੀ ਹੈ ਵਿੰਡ ਮਿਲ, ਫੋਟੋ ਦੇਖ ਲਓ, ਆ ਹੁੰਦੀਆਂ ਨੇ ਜੀ, ਜਿੱਥੇ ਇਹਨਾਂ ਨੂੰ ਹਵਾ ਲੱਗਦੀ ਹੈ, ਜਦੋਂ ਇਹ ਘੁੰਮਦੀਆਂ ਨੇ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ, ਠੀਕ ਹੈ ਜੀ। ਓਕੇ, ਹੁਣ ਇਸ ਤੋਂ ਬਾਅਦ ਅਗਲਾ ਕੁਐਸਚਨ ਆਪਣੇ ਕੋਲ ਹੈ, ਓਕੇ ਬਲੈਂਕਸ ਖਤਮ ਹੋ ਗਈਆਂ, ਤਾਂ ਦੈਨ ਅਗਲੀ ਆਪਣੇ ਕੋਲ ਟਾਈਪ ਸੀਗੀ, ਤਾਂ ਅੱਗੇ ਆਪਾਂ ਕਰਾਂਗੇ ਜੀ ਟਰੂ ਫਾਲਸ ਨਾਟ ਗਿਵਨ। ਦੋ ਆਪਾਂ ਪੜ੍ਹੇ ਹੋਏ ਨੇ, ਟਰੂ ਫਾਲਸ ਨਾਟ ਗਿਵਨ ਨੇ ਆਪਾਂ ਨੂੰ ਕਨਫਿਊਜ਼ਨ ਕੀਤੀ ਨਹੀਂ, ਬਲੈਂਕਸ ਦੇ ਵਿੱਚ ਆਏ ਨਹੀਂ, ਦੈਟ ਮੀਨਸ ਹੁਣ ਟਰੂ ਫਾਲਸ ਨਾਟ ਗਿਵਨ ਦੀ ਲੋਕੇਸ਼ਨ ਸਟਾਰਟ ਹੋਗੀ। ਤੇ ਇੱਕ ਇਹ ਵੀ ਚੀਜ਼ 99% ਸ਼ੋਰ ਆ ਮੈਂ, 1% ਹੋ ਜਾਂਦਾ ਉੱਪਰ ਥੱਲੇ, ਪਰ 99.9% ਵੀ ਕਹਿ ਸਕਦਾ ਮੈਂ ਕਿ ਜਿਹੜਾ ਫਸਟ ਰੀਡਿੰਗ ਦਾ ਪੈਸੇਜ ਹੁੰਦਾ ਨਾ, ਉਹਦੇ ਵਿੱਚ ਮੈਂ ਮੋਸਟਲੀ ਕੀ ਹੁੰਦਾ ਹੈਗਾ ਕਿ ਜਿਵੇਂ ਪਹਿਲਾਂ ਬਲੈਂਕਸ ਛਪੀਆਂ ਹੋਈਆਂ ਨੇ, ਤਾਂ ਪਹਿਲਾਂ ਪੈਸੇਜ ਦੇ ਵਿੱਚ ਬਲੈਂਕਸ ਖਤਮ ਹੋਣਗੀਆਂ, ਦੈਨ ਟਰੂ ਫਾਲਸ ਨਾਟ ਗਿਵਨ ਦੀ ਲੋਕੇਸ਼ਨ ਚੱਲੂਗੀ। ਪਰ ਦੂਜਾ ਤੇ ਤੀਜਾ ਪੈਸੇਜ ਜਿਹੜਾ ਹੁੰਦਾ ਉਹਦਾ ਕੋਈ ਭਰੋਸਾ ਨਹੀਂ, ਕਈ ਵਾਰੀ ਦੋ ਬਲੈਂਕਸ ਕਰ ਲੈਂਦੇ ਆ, ਇਹ ਵਿੱਚ ਇੱਕ ਟਰੂ ਫਾਲਸ ਆ ਜਾਂਦਾ, ਜਾਂ 2-3 ਟਰੂ ਫਾਲਸ ਆ ਜਾਂਦੇ ਨੇ, ਫਿਰ ਬਲੈਂਕਸ ਚੱਲ ਪੈਂਦੀਆਂ ਨੇ। ਪਰ ਸੀਕੁਐਂਸ ਉਹਨਾਂ ਦਾ ਸੇਮ ਹੀ ਹੁੰਦਾ ਕਿ ਜਿਵੇਂ ਇੱਕ ਬਲੈਂਕ ਕੀਤੀ, ਦੋ ਬਲੈਂਕ ਕੀਤੀਆਂ, ਤਾਂ ਉਦੋਂ ਬਾਅਦ ਦੋ ਟਰੂ ਫਾਲਸ ਆ ਗਏ, ਫਿਰ ਤੀਜੀ ਬਲੈਂਕ ਆਊਗੀ। ਆਏ ਨਹੀਂ ਕਿ ਤੀਜੀ ਬਲੈਂਕ ਪਹਿਲਾਂ ਆ ਜਾਊਗੀ ਤੇ ਪਹਿਲੀ ਬਲੈਂਕ ਚੌਥੇ ਨੰਬਰ ਤੇ ਆਊਗੀ ਜਾਂ ਤੀਜੇ ਨੰਬਰ ਤੇ ਆਊਗੀ, ਠੀਕ ਹੈ। ਏਦਾਂ ਨਹੀਂ ਹੁੰਦਾ, ਇਹ ਗੱਲ ਯਾਦ ਰੱਖਣੀ, ਠੀਕ ਹੈ। ਓਕੇ, ਤਾਂ ਆਪਾਂ ਵਿਲੀਅਮ ਯੂਜ਼ਡ ਇਲੈਕਟ੍ਰਿਸਿਟੀ ਹੀ ਕ੍ਰੀਏਟਡ ਫॉर ਵਿਲੇਜ, ਹੁਣ ਪੂਰਾ ਇੰਟਰਸਟਿੰਗ ਪਾਰਟ ਬਣ ਗਿਆ ਆਪਣਾ, ਠੀਕ ਹੈ। ਵਧੀਆ ਗੱਲ ਇਹ ਹੈ ਕਿ ਕਲਾਸ 'ਚ ਇੱਕ ਵੀ ਬੱਚਾ ਲੀਵ ਨਹੀਂ ਕਰਦਾ। ਜਦੋਂ ਰੀਡਿੰਗ 'ਚ ਇੰਟਰਸਟ ਬਣ ਜਾਂਦਾ ਹੈ, ਕੋਈ ਵੀ ਬੱਚਾ ਉਦੋਂ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਹੁਣ ਲੀਵ ਕਰਾਂ, ਕਿਉਂਕਿ ਤੁਹਾਡੇ ਮੋਸਟਲੀ ਆਨਸਰ ਜਿਹੜੇ ਨੇ ਉਹ ਠੀਕ ਹੋ ਰਹੇ ਹੁੰਦੇ ਨੇ, ਠੀਕ ਹੈ ਜੀ।
ਓਕੇ, ਤਾਂ ਅੱਗੇ ਦੇਖਦੇ ਹਾਂ, ਕਹਿੰਦੇ ਵਿਲੀਅਮ ਨੇ ਇਲੈਕਟ੍ਰਿਸਿਟੀ ਵਾਲੀ ਗੱਲ ਜਿਹੜੀ ਸੀਗੀ ਉਹਨੂੰ ਦੇਖਦੇ ਹਾਂ। ਇਲੈਕਟ੍ਰਿਸਿਟੀ ਵਾਸ ਜਨਰੇਟਡ ਥਰੂ ਬਾਈਸਾਈਕਲ ਡੈਨਮੋ ਵੈਨ। ਓਕੇ, ਡੈਨਮੋ ਦਾ ਸ਼ਾਇਦ ਸਭ ਨੂੰ ਪਤਾ ਹੋਏਗਾ, ਵਹੀਕਲਾਂ ਦੇ ਵਿੱਚ ਇੱਕ ਡੈਨਮੋ ਹੁੰਦੀ ਹੈ, ਲਾਈਕ ਜਦੋਂ ਕੋਈ ਵਹੀਕਲ ਤੁਰਦਾ ਹੈਗਾ, ਮੂਵ ਕਰ ਰਿਹਾ ਹੁੰਦਾ, ਵੈਨ ਦੀ ਵਹੀਕਲ ਪਲੇਜ਼ ਔਨ ਰੋਡ, ਜਦੋਂ ਚੱਲ ਰਿਹਾ ਹੁੰਦਾ, ਉਹ ਡੈਨਮੋ ਜਿਹੜੀ ਹੈ ਬੈਟਰੀ ਨੂੰ ਚਾਰਜ ਕਰਦੀ ਰਹਿੰਦੀ। ਮੁੰਡਿਆਂ ਨੂੰ ਸਪੈਸ਼ਲੀ ਪਤਾ ਹੋਏਗਾ, ਕੁੜੀਆਂ ਸ਼ਾਇਦ ਕੁਛ ਨੂੰ ਨਾ ਪਤਾ ਹੋਵੇ, ਠੀਕ ਹੈ। ਓਕੇ, ਕਹਿੰਦੇ ਬਟ ਹੀ ਹੈਡ ਬਿਲਟ ਵਾਜ਼ ਕਰੂਡ ਮਸ਼ੀਨ, ਉਹਨੇ ਇੱਕ ਕਰੂਡ ਮਸ਼ੀਨ ਬਣਾ ਦਿੱਤੀ that produced 12 volts and power for lights, ਠੀਕ ਹੈ, 4 ਲਾਈਟਾਂ ਵਾਸਤੇ ਜਿਹੜੀ ਪਾਵਰ ਸੀਗੀ ਉਹ ਉਹਨੇ ਇਦਾਂ ਦੀ ਕੋਈ ਮਸ਼ੀਨ ਬਣਾ ਦਿੱਤੀ, ਠੀਕ ਹੈ। when it was all done, ਕਹਿੰਦੇ ਜਦੋਂ ਇਹ ਸਾਰਾ ਕੁਝ ਹੋ ਗਿਆ, ਵਿਲੀਅਮ wing spring measured more than 8 feet and sat on the top of Rickety Tower 15 feet tall, they swayed violently। ਆਪਣੇ ਮਤਲਬ ਦੀ ਕੋਈ ਗੱਲ ਨਹੀਂ ਹੋ ਰਹੀ, ਆਪਾਂ ਦੇਖਣਾ ਕਿ ਵਿਲੀਅਮ ਨੇ ਜਿਹੜੀ એનર્ਜੀ ਯੂਜ਼ ਕੀਤੀ ਇਲੈਕਟ੍ਰਿਸਿਟੀ ਪਿੰਡ ਵਾਸਤੇ, ਕਹਿੰਦੇ ਹੀ ਇਵੈਂਚੁਅਲੀ ਰਿਪਲੇਸਡ ਦੀ ਟਾਵਰ ਵਿਦ Screwdriver, one that stands 39 feet and built a second machine that watered a family garden। ਓਕੇ, ਤਾਂ ਜਦ ਜਿਹੜੀ ਉਹਨੇ ਮਸ਼ੀਨ ਵਗੈਰਾ ਬਣਾਈ, ਠੀਕ ਹੈ, ਇਲੈਕਟ੍ਰਿਸਿਟੀ ਪ੍ਰੋਡਿਊਸ ਹੋਣ ਤੋਂ ਬਾਅਦ ਜਾਂ ਇਲੈਕਟ੍ਰਿਸਿਟੀ ਦੇ ਨਾਲ, ਉਹਦੇ ਨਾਲ ਕੀ ਉਹਨੇ ਹੀ ਕ੍ਰੀਏਟਡ ਫॉर ਵਿਲੇਜ ਟਰਾਂਸਪੋਰਟ, ਉਹਨੇ ਵਿਲੇਜ ਟਰਾਂਸਪੋਰਟ ਦੇ ਲਈ ਉਹ ਕ੍ਰੀਏਟ ਕੀਤੀ। ਓਕੇ, ਤਾਂ ਲਗਾਓ ਆਨਸਰ ਇੱਕ ਵਾਰ, ਕੀ ਲੱਗਦਾ ਜੀ। ਆ ਲਾਸਟ ਵਾਲੀਆਂ ਲਾਈਨਾਂ ਦੇਖੋ, he eventually replaced the tower with a screwdriver, one that stand 39 feet, ਜਿਹੜਾ ਕਿ 39 ਫੁੱਟ ਉੱਚਾ ਸੀਗਾ, ਖੜਾ ਸੀਗਾ, and built a second machine, ਤੇ ਇੱਕ ਦੂਜੀ ਮਸ਼ੀਨ ਬਣਾਈ that watered a family garden, ਜਿਹੜੀ ਕਿ ਪਰਿਵਾਰਕ ਗਾਰਡਨ ਨੂੰ ਪਾਣੀ ਦਿੰਦੀ ਸੀ। ਕੀ ਲੱਗਦਾ ਜੀ ਆਨਸਰ ਕੀ ਹੋਊਗਾ। ਕਹਿੰਦੇ ਉਹਨੇ ਇਲੈਕਟ੍ਰਿਸਿਟੀ ਵਿਲੇਜ ਦੇ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ। ਤਾਂ ਲੋਕੇਸ਼ਨ ਆਪਣੀ ਕੀ ਕਹਿ ਰਹੀ ਹੈ, ਲੋਕੇਸ਼ਨ ਆਪਣੀ ਇਹ ਕਹਿ ਰਹੀ ਹੈ ਕਿ ਉਹਨੇ ਤਾਂ ਫੈਮਿਲੀ ਦੇ ਗਾਰਡਨ ਨੂੰ ਪਹਿਲਾਂ ਪਾਣੀ ਦਿੱਤਾ, ਠੀਕ ਹੈ। ਠੀਕ ਹੈ ਆਨਸਰ ਤੁਹਾਡਾ, ਜਿਹੜੇ ਭੇਜ ਰਹੇ ਹੋ, ਠੀਕ ਹੈ। ਨੋ ਨਹੀਂ ਕਹਿਣਾ, ਯੈਸ ਨੋ ਨਾਟ ਗਿਵਨ ਨਹੀਂ ਹੈਗਾ, ਟਰੂ ਫਾਲਸ ਨਾਟ ਗਿਵਨ ਹੈ, ਠੀਕ ਹੈ। ਤਾਂ ਉਹਨੇ ਟਰਾਂਸਪੋਰਟ ਵਾਸਤੇ ਨਹੀਂ। ਹੁਣ ਇੱਥੋਂ ਕਈ ਬੱਚੇ ਦੇਖੋ ਭੁਲੇਖਾ ਖਾ ਸਕਦੇ ਨੇ, ਜਿਵੇਂ ਇੱਥੇ ਵਿੱਚ ਕੁਝ ਵਰਡ ਇਦਾਂ ਦੇ ਹੈਗੇ ਸੀਗੇ ਉੱਪਰ ਕੇ ਬਾਈਸਾਈਕਲ, ਸਾਈਕਲ, ਟਰੈਕਟਰ, ਕੁਝ ਬੱਚੇ ਉੱਥੋਂ ਉੱਪਰੋਂ ਹੀ ਆਨਸਰ ਲਗਾ ਸਕਦੇ ਸੀਗੇ ਵੀ ਹਾਂ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਪੂਰਾ ਸਮਝਣਾ ਹੁੰਦਾ ਚੀਜ਼ ਨੂੰ, ਠੀਕ ਹੈ। ਤਾਂ ਆ ਦੇਖੋ ਵਾਟਰਡ ਆ ਫੈਮਿਲੀ ਗਾਰਡਨ, ਠੀਕ ਹੈ, ਤੇ ਇਸ ਕਰਕੇ ਇਹਦਾ ਆਨਸਰ ਆਪਣੇ ਕੋਲੇ ਫਾਲਸ ਹੋ ਗਿਆ। ਕਹਿੰਦੇ ਐਟ ਫਸਟ ਵਿਲੀਅਮ ਅਚੀਵਮੈਂਟ ਵਾਸ ਇਗਨੋਰਡ ਬਾਈ ਲੋਕਲ ਪੀਪਲ। ਓਕੇ, ਅਗਲਾ ਪੈਰਾ ਦੇਖੋ, ਕਹਿੰਦੇ ਦੀ ਵਿੰਡ ਮਿਲ ਬ੍ਰੌਟ ਵਿਲੀਅਮ ਕਮ Kawamba instant local fame, but despite his accomplishment, he was still unable to return to school. However, news of his magnetism, ਆ ਉੱਥੋਂ ਦੀਆਂ ਲੈਂਗੁਏਜ ਨੇ ਜਿੱਥੇ ਰਹਿਣ ਵਾਲਾ ਸੀਗਾ, ਤਾਂ ਇਹ ਵਰਡ ਉਦਾਂ ਦੇ ਨੇ, ਠੀਕ ਹੈ। ਇਲੈਕਟ੍ਰਿਕ ਵਿੰਡ ਸੈਪਰੇਟ ਬਿਯੋਂਡ ਮਲਵਈ, ਠੀਕ ਹੈ। ਮਲਵਈ ਦੇ ਉੱਪਰ ਇੱਕ ਹੋਰ ਵੀ ਰੀਡਿੰਗ ਹੈਗੀ ਜੇ ਕਿਸੇ ਬੱਚੇ ਨੂੰ ਯਾਦ ਹੋਵੇ, ਜਿੱਥੇ ਉਹ ਕਹਿੰਦੇ ਨੇ ਵੀ ਸਕੂਲ ਦੀਆਂ ਬਰਾਂਡਿਆਂ ਦੇ ਵਿੱਚ ਕੀ ਹੈ ਕਿ ਬੋਰੀਆਂ ਰੱਖੀਆਂ ਜਾਂਦੇ ਨੇ ਦਾਣਿਆਂ ਦੀਆਂ, ਬੱਚਿਆਂ ਦੀਆਂ ਕਲਾਸਾਂ ਤਾਂ ਦਰਖਤ ਦੇ ਥੱਲੇ ਲੱਗਦੀਆਂ ਨੇ। ਵੀ ਆਰ ਪੂਰਜ ਐਂ ਕਰਕੇ ਹੈਗੀ ਇੱਕ ਰੀਡਿੰਗ ਵੀ ਅੱਜ ਸਾਨੂੰ ਖਾਣਾ ਮਿਲਿਆ, ਅਟੈਂਡੈਂਸ ਵੱਧ ਗਈ, ਮੇ ਵੀ ਕਿਸੇ ਬੱਚੇ ਨੂੰ ਪਤਾ ਹੋਵੇ ਤਾਂ, ਠੀਕ ਹੈ। ਤਾਂ ਉਹਦੇ ਵਿੱਚ ਵੀ ਮਲਵਈ ਏਰੀਆ ਦੀ ਹੀ ਗੱਲ ਹੁੰਦੀ, ਠੀਕ ਹੈ। ਓਕੇ, ਤਾਂ ਇੱਥੇ ਇੰਨੀ ਕੁ ਜਗ੍ਹਾ 'ਚ ਜੇ ਮੈਂ ਕਹਾਂ ਕਿ ਤੁਹਾਡਾ ਆਨਸਰ ਹੈਗਾ, ਲਗਾਓ ਜੀ ਇੱਕ ਵਾਰ ਤੁਸੀਂ। ਯੈਸ ਨੋ ਨਾਟ ਗਿਵਨ ਨਹੀਂ ਹੈਗਾ ਰਾਜੇ, ਟਰੂ ਫਾਲਸ ਨਾਟ ਗਿਵਨ ਹੈ। ਜਾਂ ਟਰੂ ਲਾਓ ਜਾਂ ਫਾਲਸ ਲਾਓ ਜਾਂ ਨਾਟ ਗਿਵਨ ਲਾਓ, ਨਾ ਯੈਸ ਲਾਓ ਨਾ ਨੋ ਲਾਓ ਨਾ ਨਾਟ ਗਿਵਨ ਲਾਓ। ਨਾਟ ਗਿਵਨ ਤਾਂ ਲਾ ਸਕਦੇ ਹੋ, ਯੈਸ ਨੋ ਨਾ ਲਾਓ। ਓਕੇ, ਨਾਲ ਨੰਬਰ ਪਾਇਆ ਕਰੋ, ਐ ਪਤਾ ਨਹੀਂ ਲੱਗਦਾ। ਅਰਸ਼ਦੀਪ ਕੌਰ ਰੌਂਗ ਹੈ, ਜ਼ੂਮ ਯੂਜ਼ਰ ਠੀਕ, ਰਣਜੀਤ ਕੌਰ ਠੀਕ, ਮੀਨੂ ਰੌਂਗ, ਅਮਨਪ੍ਰੀਤ ਕੌਰ ਰੌਂਗ, ਕੋਮਲਪ੍ਰੀਤ ਕੌਰ ਰੌਂਗ। ਤੁਸੀਂ ਜਿੱਥੋਂ ਪੜ੍ਹ ਰਹੇ ਹੋ ਤੁਹਾਡਾ ਤਾਂ ਰੌਂਗ ਹੋ ਰਿਹਾ। ਜੇ ਮੈਂ ਤੁਹਾਨੂੰ ਇੱਕ ਲਾਈਨ ਦੇ ਦਿਆਂ, ਇੱਕ ਲਾਈਨ ਹਾਈਲਾਈਟ ਕਰ ਦਿਆਂ, ਤੁਸੀਂ ਸਾਰੇ ਜਣੇ ਸਹੀ ਕਰੋਗੇ ਆਨਸਰ।
ਪਰ ਗੱਲ ਇਹ ਹੈ ਵੀ ਪੇਪਰ 'ਚ ਇੱਕ ਲਾਈਨ ਨਹੀਂ ਆਉਣੀ, ਇਸ ਕਰਕੇ ਮੈਂ ਥੋੜਾ ਜਿਹਾ ਨਾਲ ਐਕਸਟਰਾ ਐਡ ਕਰਦਾ ਹੁੰਦਾ। ਠੀਕ ਹੈ, ਗੁਰਪ੍ਰੀਤ ਕੌਰ ਠੀਕ ਹੈ, ਰੇਖਾ ਗਿੱਲ ਰੋਂਗ, ਕੋਮਲਪ੍ਰੀਤ ਕੌਰ ਰੋਂਗ, मनप्रीत सैनी रॉन्ग। ओके 20 सेकंड्स लगाओ जी जल्दी, नहीं फिर फ्लूक लगा दो, तुक्का लगा दो, पर तुक्का भी पढ़ के लाउना है। जे गलत हो गया ਤਾਂ ਤੁਹਾਨੂੰ ਸਮਝਣ 'ਚ ਆਸਾਨੀ ਹੋਏਗੀ ਕਿ ਤੁਸੀਂ ਪੜਿਆ ਹੋਇਆ ਸੀ, ਐ ਨਹੀਂ ਵੀ ਤੁੱਕਾ ਲਾ ਦੇਣਾ। ओके दीपिका शर्मा रॉन्ग है, अर्शदीप कौर रॉन्ग, जूम यूजर ठीक है, अमनदीप कौर रॉन्ग, लखवीर सिंह ठीक है, मनप्रीत सैनी रॉन्ग। ओके चलो मैं दसदा जी, ਇਹਦਾ ਆਨਸਰ ਹੈਗਾ ਫਾਲਸ। ਠੀਕ ਹੈ, ਜਿਹੜੇ ਇਹਦਾ ਆਨਸਰ ਟਰੂ ਲਾ ਰਹੇ ਨੇ ਜਾਂ ਨਾਟ ਗਿਵਨ ਲਾ ਰਹੇ ਨੇ, ਮੈਂ ਦੱਸਦਾ ਕਿਉਂ ਲਾ ਰਹੇ ਨੇ। ਦੇਖੋ ਪਹਿਲੀ ਲਾਈਨ ਦੇਖੋ, ਕਹਿੰਦੇ ਦੀ ਵਿੰਡ ਮਿਲ ਬਰੌਟ। ਬਰੌਟ ਦਾ ਇੱਥੇ ਮਤਲਬ ਸਮਝਣ ਵਾਲਾ, ਰੀਡਿੰਗ ਦਾ ਬੜਾ ਜ਼ਿਆਦਾ ਮੰਨਿਆ ਪਰਮੰਨਿਆ ਸ਼ਬਦ ਹੈ, ਇਹ ਬਹੁਤ ਜ਼ਿਆਦਾ ਆਉਂਦਾ। ਹਾਂਜੀ ਬਰੌਟ ਦਾ ਮਤਲਬ ਕੀ ਹੁੰਦਾ ਦੱਸੋ, ਚੈਟ ਬਾਕਸ ਖੁੱਲਾ ਹੈ, ਬਰੌਟ ਦਾ ਮਤਲਬ ਦੱਸਿਓ। ਦੱਸੋ ਦੱਸੋ, ਜਿਹਨੂੰ ਨਹੀਂ ਪਤਾ ਲਿਖ ਦਿਓ ਨੋ ਆਈਡੀਆ, ਜਿਹਨੂੰ ਨਹੀਂ ਪਤਾ ਲਿਖ ਦਿਓ ਨੋ ਆਈਡੀਆ, ਤਾਂ ਕਿ ਮੈਨੂੰ ਪਤਾ ਲੱਗ ਜੇ ਕੁਝ ਬੱਚਿਆਂ ਨੂੰ ਨਹੀਂ ਪਤਾ ਤੇ ਫਿਰ ਮੈਂ ਦੱਸਾਂ। ओके नो आइडिया सर मैं। ओके दीपिका ठीक है, ਫਿਰ ਤੁਹਾਡਾ ਕਈ ਬੱਚਿਆਂ ਨੂੰ ਲੱਗਦਾ ਕਿ ਬਰੌਡ ਦਾ ਮਤਲਬ ਖਰੀਦਣਾ, ਠੀਕ ਹੈ, ਉਹ ਵੀ ਹੁੰਦਾ ਹੈਗਾ, ਉਹਦੇ ਸਪੈਲਿੰਗ ਹੋਰ ਹੁੰਦੇ ਨੇ। ਠੀਕ ਹੈ, ਇਹ ਬ੍ਰਿੰਗ ਦੀ ਸੈਕੰਡ ਤੇ ਥਰਡ ਫਾਰਮ ਹੁੰਦੀ ਹੈ। ਬ੍ਰਿੰਗ ਦਾ ਮਤਲਬ ਹੁੰਦਾ ਲੈ ਕੇ ਆਉਣਾ, ਜਿਵੇਂ ਮੈਂ ਕਹਿੰਦਾ ਬ੍ਰਿੰਗ ਮੀ ਅ ਗਲਾਸ ਆਫ ਵਾਟਰ, ਪਾਣੀ ਦਾ ਗਲਾਸ ਲਿਆ ਦਿਓ, ਤਾਂ ਬ੍ਰਿੰਗ ਦੀ ਸੈਕੰਡ ਤੇ ਥਰਡ ਫਾਰਮ ਹੁੰਦੀ ਬਰੌਟ। ਕਹਿੰਦੇ ਵਿੰਡ ਮਿਲ ਬਰੌਟ ਵਿਲੀਅਮ ਨੂੰ ਇਨਸਟੈਂਟ ਲੋਕਲ ਫੇਮ। ਇਨਸਟੈਂਟ ਕੀ ਹੁੰਦਾ, ਖੜੇ ਪੈਰ, ਮਤਲਬ ਉਹਨੇ ਜਦੋਂ ਚਲਾਈ ਮਸ਼ੀਨ ਟਰੈਕਟਰ ਦੇ ਨਾਲ ਜਾਂ ਜਿਵੇਂ ਵੀ ਕਰਕੇ, ਲੋਕਾਂ ਨੇ ਤਾਂ ਲੋਕਾਂ ਦੇ ਵਿੱਚ ਤਾਂ ਉਤਸ਼ਾਹ ਹੋ ਗਏ, ਲੋਕ ਪੀਪਲ ਵਰ ਐਂਥੂਸੀਆਸਟਿਕ ਵੈਨ ਦੇ ਵਾਚ ਵਿੰਡ ਮਿਲ ਵਾਜ਼ ਵਰਕਿੰਗ। ਜਦੋਂ ਵਿੰਡ ਮਿਲ ਵਰਕ ਕਰ ਰਹੀ ਸੀ, ਲੋਕ ਤਾਂ ਪੂਰੇ ਉਤਸ਼ਾਹਿਤ ਹੋ ਗਏ, ਤਾਂ ਉਹਨੂੰ ਇਨਸਟੈਂਟ ਯਾਨੀ ਕਿ ਫੇਮ ਮਿਲਣਾ ਸ਼ੁਰੂ ਹੋ ਗਿਆ, ਉਹ ਮਸ਼ਹੂਰ ਹੋ ਗਿਆ ਵੀ ਵਾਹ। ਠੀਕ ਹੈ, ਓਕੇ, ਤਾਂ ਇਸ ਕਰਕੇ ਇਹਦਾ ਆਨਸਰ ਆਪਣੇ ਕੋਲ ਇੱਥੇ ਉਹਨਾਂ ਨੇ ਕਿਹਾਗਾ ਵਿਲੀਅਮ ਅਚੀਵਮੈਂਟ ਵਾਜ਼ ਇਗਨੋਰਡ ਬਾਈ ਲੋਕਲ ਪੀਪਲ। ਇਹਨਾਂ ਨੇ ਕਿਹਾ ਇਗਨੋਰ ਕੀਤੀ ਗਈ ਸੀ, ਉਹ ਕਹਿੰਦੇ ਵੀ ਲੋਕਲ ਫੇਮ, ਲੋਕਲ ਫੇਮ ਮਤਲਬ ਲੋਕਲ ਲੋਕਾਂ ਨੇ ਫੇਮ ਦਿੱਤਾ, ਤਾਂ ਇਸ ਕਰਕੇ ਇਹਦਾ ਆਨਸਰ ਫਾਲਸ ਹੈ, ਟਰੂ ਵੀ ਨਹੀਂ ਹੈਗਾ, ਨਾਟ ਗਿਵਨ ਵੀ ਨਹੀਂ ਹੈਗਾ। ਅੱਗੇ ਕਹਿੰਦੇ ਜਰਨਲਿਸਟ ਫਰੋਮ ਅਦਰ ਕੰਟਰੀਜ਼ ਵਿਜ਼ਿਟਡ ਵਿਲੀਅਮਸ ਫਾਰਮ। ਜਿਹੜੇ ਜਰਨਲਿਸਟ ਹੁੰਦੇ ਨੇ, ਪੱਤਰਕਾਰ, ਉਹ ਦੂਜੀਆਂ ਕੰਟਰੀਜ਼ ਤੋਂ ਕਹਿੰਦੇ ਵਿਲੀਅਮ ਦੇ ਫਾਰਮ ਤੇ ਆਏ। ਠੀਕ ਹੈ, ਚਲੋ ਦੇਖਦੇ ਹਾਂ ਜੀ। ਐਨ ਐਜੂਕੇਸ਼ਨ ਅਫੀਸ਼ੀਅਲ, ਐਨ ਐਜੂਕੇਸ਼ਨ ਅਫੀਸ਼ੀਅਲ ਕੋਈ ਬੰਦਾ, ਠੀਕ ਹੈ, ਇਹ ਹੁਣ ਕਿਵੇਂ ਪਤਾ ਲੱਗਿਆ ਐਨ ਐਜੂਕੇਸ਼ਨ ਅਫੀਸ਼ੀਅਲ, ਜੇ ਇਹਨੂੰ ਆਪਾਂ ਇਦਾਂ ਪੜ੍ਹ ਲਈਏ ਐਨ ਐਜੂਕੇਸ਼ਨ ਅਫੀਸ਼ੀਅਲ, ਸ਼ਾਇਦ ਐ ਲੱਗਦਾ ਕੋਈ ਦਫ਼ਤਰ ਹੋਊਗਾ ਜਾਂ ਕੋਈ ਹੋਰ ਚੀਜ਼ ਹੋਊਗੀ, ਪਰ ਅੱਗੇ ਇੱਕ ਵਰਡ ਲੱਗਿਆ ਸੀ ਹੂ। ਹੂ ਵਰਡ ਨੇ ਆਪਾਂ ਨੂੰ ਦੱਸਿਆ ਵੀ ਇਹ ਕਿਸੇ ਪਰਸਨ ਦੀ ਗੱਲ ਹੋ ਰਹੀ ਹੈ। ਕਹਿੰਦੇ ਐਨ ਐਜੂਕੇਸ਼ਨ ਅਫੀਸ਼ੀਅਲ ਹੂ ਹੈਡ ਹਰਡ ਨਿਊਜ਼, ਜਿਹਨੇ ਨਿਊਜ਼ ਸੁਣੀ ਆਫ ਦੀ ਵਿੰਡ ਮਿਲ, ਵਿੰਡ ਮਿਲ ਬਾਰੇ, ਕੇਮ ਟੂ, ਆ ਦੇਖੋ ਇੱਥੇ ਇੱਕ ਤਰ੍ਹਾਂ ਦਾ ਕੀ ਇੱਕ ਰਿਡਕਸ਼ਨ ਕਲੌਜ਼ ਵਾਲਾ ਕੰਮ ਹੋ ਰਿਹਾ। ਦੇਖੋ ਐਨ ਐਜੂਕੇਸ਼ਨ ਅਫੀਸ਼ੀਅਲ, ਜੇ ਇੱਥੇ ਹੂ ਹਰਡ ਵਰਡ ਨਾ ਹੋਵੇ, ਐਨ ਐਜੂਕੇਸ਼ਨ ਅਫੀਸ਼ੀਅਲ ਹਰਡ ਨਿਊਜ਼ ਆਫ ਵਿੰਡ ਮਿਲ ਕੇਮ ਟੂ ਵਿਜ਼ਿਟ। ਠੀਕ ਹੈ, ਸਿੱਧਾ ਜਾ ਕੇ ਮੇਨ ਵਰਬ ਆ ਜਾਣੀ। ਠੀਕ ਹੈ, ਕੇਮ ਟੂ ਵਿਜ਼ਿਟ his village and was amazed to learn that William had been out of school for 5 years। ਉਹ ਖੁਸ਼ ਹੋਇਆ, ਹੈਰਾਨ ਹੋਇਆ ਵੀ 5 ਸਾਲਾਂ ਤੋਂ ਬੱਚਾ ਬੰਦਾ ਸਕੂਲ 'ਚ ਨਹੀਂ ਹੈਗਾ। ਦੇਖੋ ਕਦੋਂ ਦੀ ਗੱਲ ਹੈ, ਦੇਖੋ ਮੈਨੂੰ ਹਾਲੇ ਵੀ ਯਾਦ ਹੈ, ਉਹਨਾਂ ਨੇ ਸ਼ੁਰੂ 'ਚ ਲਿਖਿਆ ਸੀ ਜਦੋਂ 14 ਸਾਲਾਂ ਦਾ ਸੀਗਾ, ਉਦੋਂ ਉਹਨੇ ਬਣਾਤੀ ਸੀ ਇਹ। ਠੀਕ ਹੈ, ਆਪਣੇ ਇੱਥੇ 14 ਸਾਲਾਂ ਦੇ ਕੀ ਆਖਾਂ ਹੁਣ ਮੈਂ, ਤਾਂ ਕਹਿੰਦੇ ਉਹ ਖੁਸ਼ ਵੀ ਹੋਇਆ, ਹੈਰਾਨ ਜਿਹਾ ਵੀ ਹੋਇਆ ਵੀ 5 ਸਾਲਾਂ ਤੋਂ ਸਕੂਲ 'ਚ ਹੈ ਨਹੀਂ। ਹੀ ਅਰੇਂਜਡ ਫॉर ਹਿਮ ਟੂ ਅਟੈਂਡ ਸੈਕੰਡਰੀ ਸਕੂਲ ਐਟ ਦੀ ਗਵਰਨਮੈਂਟ ਐਕਸਪੈਂਸ। ਉਹਨੇ ਉਹਦੇ ਵਾਸਤੇ ਅਰੇਂਜਮੈਂਟ ਕਰਕੇ ਦਿੱਤਾ ਵੀ ਤੂੰ ਪੜ੍ਹੇਗਾ ਸਰਕਾਰ ਦੇ ਖਰਚੇ ਤੇ। ਅੱਗੇ ਕਹਿੰਦੇ ਐਂਡ ਬ੍ਰੌਟ ਜਰਨਲਿਸਟ ਟੂ ਦੀ ਫਾਰਮ ਟੂ ਸੀ ਦੀ ਵਿੰਡ ਮਿਲ, ਤੇ ਜਰਨਲਿਸਟ ਜਿਹੜੇ ਸੀਗੇ ਵਿੰਡ ਮਿਲ ਤੇ, ਬਾਕੀ ਮੈਂ ਹਾਲੇ ਨਹੀਂ ਪੂਰੀ ਗੱਲ ਨਹੀਂ ਦੱਸਾਂਗਾ। ਠੀਕ ਹੈ, ਦੈਨ ਅ ਸਟੋਰੀ ਪਬਲਿਸ਼ਡ ਇਨ ਦੀ ਮਲਵਈ, ਫਿਰ ਇੱਕ ਸਟੋਰੀ ਪਬਲਿਸ਼ ਹੋਈ, ਜਿਵੇਂ ਅਖਬਾਰਾਂ ਦੇ ਵਿੱਚ ਗੱਲਾਂ ਆਉਂਦੀਆਂ ਨੇ, ਮਲਵਈ ਡੇਲੀ ਮੇਲ ਕਾਚ ਦੀ ਅਟੈਂਸ਼ਨ ਆਫ ਬਲੌਗਰਸ। ਠੀਕ ਹੈ, ਚਲੋ
ਹੁਣ ਤੁਸੀਂ ਆਪ ਵੀ ਮਾੜਾ ਜਿਹਾ ਪੜ੍ਹ ਲਿਓ, ਇਹ ਨਹੀਂ ਵੀ ਜੋ ਮੈਂ ਪੰਜਾਬੀ ਦੱਸ ਦਿੰਦਾ ਉਹਦੇ ਸਹਾਰੇ ਨਾਲ ਆਨਸਰ ਚੇਪ ਦਿਓ। ਇਹਨੂੰ ਆਪ ਵੀ ਅੰਡਰਸਟੈਂਡ ਕਰਿਆ ਕਰੋ। ਜੇ ਮੈਂ ਪ੍ਰੋਪਰ ਪੰਜਾਬੀ ਦੱਸਦੀ ਫਿਰ ਤਾਂ ਤੁਸੀਂ ਪੰਜਾਬੀ ਦੇ ਸਹਾਰੇ ਰੀਡਿੰਗ ਕਰ ਹੀ ਲੈਣੀ ਹੈ, ਪਰ ਅੰਡਰਸਟੈਂਡ ਕਰੋ। ਠੀਕ ਹੈ, ਆंसर लगाओ कि जर्नलिस्ट फ्रॉम अदर कंट्रीज विजिटेड विलियम फार्म। अर्शदीप कौर रॉन्ग, कोमलप्रीत कौर रॉन्ग। ਉਹੀ ਗੱਲ ਹੋ ਰਹੀ ਹੈ। अर्शदीप कौर ਇੱਕ ਹੋਰ ਅਰਸ਼ ਹੈ, ਤੁਹਾਡਾ ਵੀ ਰॉन्ग ਹੈ। मीनू गुड ठीक है। मनप्रीत कौर रॉन्ग। लगाओ जी लगाओ फास्ट। रंजीत कौर ठीक, मनप्रीत कौर ठीक, दीपिका शर्मा ठीक है, अर्शदीप कौर रॉन्ग, जूम यूजर रॉन्ग, मनप्रीत सैनी रॉन्ग, अमनप्रीत कौर। क्वेश्चन ਨੂੰ ਦੇਖੋ, ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਬਾਜ਼ਾਰ ਚੱਲੇ ਹੋ, ਘਰੋਂ ਡਿਸਾਈਡ ਕਰਕੇ ਚੱਲੇ ਹੋ ਵੀ ਇੱਕ ਬ੍ਰੈਡ ਦਾ ਪੈਕੇਟ ਲੈ ਕੇ ਆਉਣਾ, ਇੱਕ ਰਸ ਦਾ ਲੈ ਕੇ ਆਉਣਾ, 2 ਸਾਬਣ ਦੀਆਂ ਟਿੱਕੀਆਂ ਲੈ ਕੇ ਆਉਣੀਆਂ ਨੇ, ਫਿਰ ਬਾਜ਼ਾਰ ਜਾ ਕੇ ਤੁਸੀਂ ਕਨਫਿਊਜ਼ ਨਹੀਂ ਹੁੰਦੇ। ਤੇ ਇਹ ਵੀ ਪਤਾ ਹੋਵੇ ਕਿ ਬੋਨ ਕੰਪਨੀ ਦਾ ਬ੍ਰੈਡ ਲੈ ਕੇ ਆਉਣਾ, ਬੋਨ ਕੰਪਨੀ ਦਾ ਰਸ ਲੈ ਕੇ ਆਉਣਾ, ਡਿਟੋਲ ਦੇ ਸਾਬਣ ਲੈ ਕੇ ਆਉਣੇ ਨੇ, ਇਹ ਵੀ ਪਤਾ ਹੋਵੇ। ਜੇ ਘਰੋਂ ਇਹ ਸੋਚ ਕੇ ਚੱਲ ਗਏ ਵੀ ਬ੍ਰੈਡ ਲੈਣ ਚੱਲੇ ਆ, ਉੱਥੇ ਜਾ ਕੇ ਫਿਰ ਕਨਫਿਊਜ਼ ਹੋ ਜਾਓ। ਤਾਂ ਕਹਿਣ ਦਾ ਮਤਲਬ ਮੇਰਾ ਕੀ ਹੈ ਕਿ ਜਦੋਂ ਤੱਕ ਕੁਐਸਚਨ ਅੰਡਰਸਟੈਂਡ ਕਰਕੇ ਨਹੀਂ ਜਾਓਗੇ ਆਨਸਰ ਰੋਂਗ ਹੋਊਗਾ। ਕਹਿੰਦੇ ਜਰਨਲਿਸਟ ਫਰੋਮ ਅਦਰ ਕੰਟਰੀਜ਼, ਦੂਜਿਆਂ ਦੇਸ਼ਾਂ ਦੇ ਵਿੱਚੋਂ ਵਿਲੀਅਮ ਦੇ ਫਾਰਮ ਤੇ ਆਏ। ਪਰ ਇੱਥੇ ਦੇਖੋ ਜਿਨ੍ਹਾਂ ਨੇ ਵੀ ਟਰੂ ਜਾਂ ਫਾਲਸ ਲਾਇਆ ਉਹਨਾਂ ਦਾ ਆਨਸਰ ਰੋਂਗ ਹੈ। ਜਿਨ੍ਹਾਂ ਨੇ ਨਾਟ ਗਿਵਨ ਲਾਇਆ ਠੀਕ ਹੈ। ਉਹ ਕਹਿ ਰਹੇ ਨੇ ਕਿ ਇੱਕ ਐਜੂਕੇਸ਼ਨਲ ਅਫੀਸ਼ੀਅਲ ਬੰਦਾ ਸੀਗਾ ਜਿਹਨੇ ਇਹ ਖਬਰ ਸੁਣੀ ਤੇ ਉਹ ਪਿੰਡ ਦੇ ਵਿੱਚ ਆਇਆ। ਉਹਨੂੰ ਪਤਾ ਲੱਗਾ ਵਿਲੀਅਮ 5 ਸਾਲਾਂ ਤੋਂ ਨਹੀਂ ਪੜ੍ਹਦਾ ਪਿਆ, ਸਕੂਲ ਦੇ ਵਿੱਚ ਨਹੀਂ ਗਿਆ। ਉਹਨੇ ਉਹਦੀ ਫ੍ਰੀ ਪੜ੍ਹਾਈ ਅਰੇਂਜ ਕੀਤੀ ਤੇ ਐਂਡ ਬਰੌਟ ਆ ਦੇਖੋ ਐਕਸਪੈਂਸਿਸ ਐਂਡ ਬਰੌਟ। ਇਹ ਉਹੀ ਬੰਦਾ ਦੇਖੋ ਇੱਥੋਂ ਲੈ ਕੇ ਤੁਹਾਨੂੰ ਕਿਤੇ ਫੁੱਲ ਸਟਾਪ ਮਿਲ ਰਿਹਾ, ਇੱਥੇ ਮਿਲ ਰਿਹਾ। ਜੇ ਇੱਥੇ ਮਿਲ ਰਿਹਾ ਤਾਂ ਅੱਗੇ ਉਹਨਾਂ ਨੇ ਹੀ ਲਾਤਾ। ਹੀ ਕਿਹਦੇ ਲਈ ਲਾਇਆ? ਹੀ ਫਿਰ ਇਸੇ ਬੰਦੇ ਲਈ ਲਾ ਦਿੱਤਾ ਉਹਨਾਂ ਨੇ, ਜਾਨੀ ਕਿ ਉਸੇ ਬੰਦੇ ਦੀ ਗੱਲ ਅੱਗੇ ਚੱਲ ਰਹੀ ਹੈ। ਇੱਥੇ ਤੱਕ ਗੱਲ ਕਰਦੇ ਕਰਦੇ ਉਹਨੇ ਕਿਹਾ ਹੀ ਅਰੇਂਜਡ ਫॉर ਹਿਮ ਟੂ ਅਟੈਂਡ ਸਕੂਲ ਐਟ ਗਵਰਨਮੈਂਟ ਐਕਸਪੈਂਸਿਸ ਐਂਡ ਬਰੌਟ। ਆ ਹੁਣ ਹੀ ਬਰੌਟ ਜਰਨਲਿਸਟ ਆਏ ਨਹੀਂ ਸੀਗੇ, ਇਹ ਬੰਦਾ ਲੈ ਕੇ ਆਇਆ ਸੀ। ਫਿਰ ਇੱਥੇ ਕੋਈ ਇਦਾਂ ਦੀ ਗੱਲ ਦਾ ਪਤਾ ਨਹੀਂ ਵੀ ਉਹ ਫੋਰਨ ਕੰਟਰੀ ਤੋਂ ਅਦਰ ਕੰਟਰੀ ਤੋਂ ਆਏ ਸੀ, ਕਿੱਥੋਂ ਆਏ ਸੀ। that means information given ਨਹੀਂ ਹੈਗੀ। when information is not given answer is not given। क्लियर होया? हाँ जी एवरीवन, ओके डन 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 ठीक है। कहते विलियम यूज्ड मनी ही रिसीव टू इंप्रूव वाटर सप्लाईज इन विलेज। दोवें पढ़ लो क्वेश्चन। द हेल्थ ऑफ विलेजर हैज इंप्रूव्ड सिंस द विंडमिल वाज बिल्ट। ठीक है, ਹੁਣ ਦੇਖੋ ਸਿੰਸ ਦੇ ਵੀ 2-3 ਮਤਲਬ ਹੁੰਦੇ ਨੇ। ਇੱਕ ਸਿੰਸ ਦਾ ਮਤਲਬ ਹੁੰਦਾ ਕਿਉਂਕਿ, ਇੱਥੇ ਸਿੰਸ ਦਾ ਮਤਲਬ ਹੈਗਾ ਜਦੋਂ। ਇੱਕ ਸਿੰਸ ਦਾ ਮਤਲਬ ਹੁੰਦਾ ਆਪਣੇ ਤੋਂ, ਮਤਲਬ ਜੇ ਮੈਂ ਕਹਦਾ ਆਈ ਹੈਵ ਬੀਨ ਲਿਵਿੰਗ ਇਨ ਫਿਰੋਜ਼ਪੁਰ ਸਿੰਸ 2018 ਤਾਂ ਸਿੰਸ 2018 ਤੋਂ ਰਹਿ ਰਿਹਾ। ਇੱਥੇ ਸਿੰਸ ਦਾ ਮਤਲਬ ਕੀ ਹੈ? ਜਦੋਂ। ਕਿ ਜਦੋਂ ਕਹਿੰਦੇ ਹੈਲਥ ਲੋਕਾਂ ਦੇ ਹੈਲਥ ਇੰਪਰੂਵ ਹੋ ਗਈ ਜਦੋਂ ਵਿੰਡ ਮਿਲ ਬਣੀ। ਪਰ ਆਪਾਂ ਪਹਿਲਾਂ ਇਹ ਕੁਐਸਚਨ ਕਰਾਂਗੇ। ਵਿਲੀਅਮ ਕਹਿੰਦੇ ਇਹਨੇ ਦੇਖੋ ਪਾਸਟ, ਕਹਿੰਦੇ ਉਹਨੇ ਪੈਸਾ ਵਰਤਿਆ, ਯੂਜ਼ ਕੀਤਾ ਮਨੀ ਜਿਹੜੀ ਰਿਸੀਵ ਹੋਈ। ਇੱਥੇ ਹੁਣ ਵਿੱਚ ਵਰਡ ਨਹੀਂ ਲੱਗਿਆ ਹੋਇਆ, that is reduction clause। ਰਾਤੀ 7:15 ਵਾਲੀ ਕਲਾਸ ਜਿਹੜਾ ਮੈਂ ਤੁਹਾਨੂੰ ਕੱਲ ਕਰਵਾ ਰਿਹਾ ਸੀਗਾ ਰਿਡਕਸ਼ਨ ਕਲੌਜ਼, ਮੈਂ ਤੁਹਾਨੂੰ ਉਦੋਂ ਵੀ ਕਹਿੰਦਾ ਹੁੰਦਾ ਕਿ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੇ ਇਹਨਾਂ ਨੂੰ ਕਰ ਲਓ। ਠੀਕ ਹੈ, ਇੱਥੇ ਇੱਕ ਵਰਡ ਮਿਸ ਆ ਤੇ ਇੱਥੇ ਇਹ ਨਹੀਂ ਕਿ ਰੀਡਿੰਗ ਦੀ ਗਲਤੀ ਹੈ, ਇਹ ਗ੍ਰਾਮਰ ਦਾ ਰੂਲ ਹੈ। ਕਰ ਸਕਦੀ ਹੈ ਗ੍ਰਾਮਰ ਸ਼ਾਰਟ ਦੇ ਵਿੱਚ ਸੈਂਟੈਂਸ ਬਣਾਉਣ ਦੇ ਲਈ, ਤਾਂ ਕਿ ਥੋੜਾ ਜਿਹਾ ਐਡਵਾਂਸ ਬੰਦਾ ਹੀ ਇਸ ਕੁਐਸਚਨ ਨੂੰ ਅੰਡਰਸਟੈਂਡ ਕਰ ਸਕੇ। ਕੁਝ ਬੱਚਿਆਂ ਨੂੰ ਨਹੀਂ ਕਲੀਅਰ ਹੋ ਰਿਹਾ ਹੋਣਾ। ਠੀਕ ਹੈ, ਤੁਸੀਂ ਸਾਰੇ ਜਣੇ ਬੈਠੇ ਹੋ, ਕਈਆਂ ਦੇ ਮਾਈਂਡ 'ਚ ਥਾਟ ਆ ਰਿਹਾ ਹੋਣਾ ਲੈ ਇਹ ਕਿਹੜਾ ਔਖਾ ਹੈ। ਪਰ ਜਦੋਂ ਤੁਸੀਂ 5ਵੀਂ 'ਚ ਸੀ ਜਾਂ ਚੌਥੀ 'ਚ ਸੀ ਉਦੋਂ ਇਸ ਨੂੰ ਸਮਝ ਕੇ ਦਿਖਾਉਂਦੇ। ਤਾਂ ਐਵੇਂ ਮੰਨਿਆ ਕਰੋ ਵੀ ਕਿਸੇ ਬੱਚੇ ਲਈ ਇਹ ਵੀ ਰਾਜੇ ਔਖਾ ਹੈ। ਠੀਕ ਹੈ, ਤੇ ਕਿਸੇ ਬੱਚੇ ਲਈ ਜਮਾ ਹੀ ਔਖਾ ਨਹੀਂ। ਜਿਵੇਂ ਹੁਣ ਮੈਂ ਬਿਨਾਂ ਇੰਗਲਿਸ਼ ਪੜ੍ਹੇ ਪੰਜਾਬੀ 'ਚ ਹੀ ਬੋਲ ਦਿੰਦਾ ਵੀ ਆਹ ਕਸਟਮ ਦੀ ਆਹ ਡਿਮਾਂਡ ਹੈ, ਇੰਗਲਿਸ਼ ਵੀ ਨਹੀਂ ਪੜ੍ਹਦਾ ਕਈ ਵਾਰੀ। ਤਾਂ ਪ੍ਰੈਕਟਿਸ ਦੇ ਨਾਲ ਸਾਰਾ ਕੁਝ ਹੋ ਜਾਂਦਾ ਹੈਗਾ।
ਕਹਿੰਦੇ ਉਹਨੇ ਪੈਸਾ ਵਰਤਿਆ, ਕਹਿੰਦੇ ਉਹਨੇ ਪੈਸਾ ਵਰਤਿਆ ਜਿਹੜਾ ਉਹਨੂੰ ਰਿਸੀਵ ਹੋਇਆ ਪਿੰਡ ਦੀਆਂ ਪਾਣੀ ਦੀ ਸਪਲਾਈ ਵਗੈਰਾ ਠੀਕ ਕਰਨ ਦੇ ਲਈ। ਚਲੋ ਦੇਖਦੇ ਹਾਂ ਜੀ। ਆ ਟੈਡ ਟਾਕ ਦੇ ਉੱਪਰ ਵਿਲੀਅਮ ਦਾ ਪਿਆ ਵੀ ਹੈ, ਠੀਕ ਹੈ, ਲੈਕਚਰ ਜੇ ਕਿਸੇ ਨੇ ਸੁਣਨਾ ਹੋਵੇ ਤਾਂ। ਕਹਿੰਦੇ ਇਨ 2017 ਵਿਲੀਅਮ ਸਪੋਕ, ਵਿਲੀਅਮ ਬੋਲਿਆ ਟੈਡ ਗਲੋਬਲ ਕਾਨਫਰੰਸ ਦੇ ਵਿੱਚ ਇਨ ਤਾਜ਼ਮਾਨੀਆ ਐਂਡ ਗॉट ਸਟੈਂਡਿੰਗ ਓਵੇਸ਼ਨ। ਉਹਨੂੰ ਲੋਕਾਂ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ। ਬਿਜ਼ਨਸਮੈਨ ਸਟੈਪਡ ਫਾਰਵਰਡ, ਬਿਜ਼ਨਸਮੈਨ ਜਿਹੜੇ ਸੀਗੇ ਉਹਨਾਂ ਨੇ ਉਹਦੇ ਵੱਲ ਨੂੰ ਪੈਰ ਕਦਮ ਪੱਟੇ ਵਿਲੀਅਮ ਦੇ ਵੱਲ, ਵਿਦ ਆਫਰਸ ਟੂ ਫੰਡ ਹਿਜ਼ ਐਜੂਕੇਸ਼ਨ, ਵੀ ਅਸੀਂ ਤੈਨੂੰ ਪੜਾਉਨੇ ਆ, ਤੇ ਉਹਨੂੰ ਪ੍ਰੋਜੈਕਟ ਵਗੈਰਾ ਐਂਡ ਪ੍ਰੋਜੈਕਟ ਆਫਰ ਕੀਤੇ ਵੀ ਸਾਡੇ ਪ੍ਰੋਜੈਕਟ ਬਣਾ ਦੇ, ਐਂਡ ਵਿਦ ਮਨੀ ਡੋਨੇਟਡ ਬਾਈ them, ਤੇ ਕੁਝ ਪੈਸਾ ਉਹਨਾਂ ਨੇ ਡੋਨੇਟ ਕੀਤਾ ਉਹਨੂੰ। he was able to put his cousin and several friends back into school and pay for some medical needs of his family. With the donation he also drilled a borehole for a well and water pumped in his village and installed drill irrigation in his father ਫੀਲਡ। ਓਕੇ, ਚਲੋ ਇਸ ਪੈਰੇ ਦੇ ਵਿੱਚ ਆਨਸਰ ਹੈ, ਮੈਂ ਇੱਕ ਵਾਰ ਟ੍ਰਾਂਸਲੇਟ ਨਹੀਂ ਕਰ ਰਿਹਾ, ਬਾਅਦ ਚ ਜਰੂਰ ਸਮਝਾਵਾਂਗਾ। ਲਗਾਓ ਜੀ ਆਨਸਰ 9 ਨੰਬਰ ਕੁਐਸਚਨ ਦਾ। ਸੌਖਾ ਹੀ ਹੈ, ਲਾ ਲਓਗੇ ਮੈਨੂੰ ਪਤਾ ਹੈ। ਫਿਲਹਾਲ ਸਭ ਦਾ ਆਨਸਰ ਠੀਕ ਹੈ, 12-14 ਬੱਚਿਆਂ ਨੇ ਭੇਜ ਦਿੱਤਾ ਹੈਗਾ। ਓਕੇ, ਬਾਕੀ ਬੱਚੇ ਵੀ ਭੇਜੋ ਜੀ। ਫਿਲਹਾਲ ਠੀਕ ਆ ਰਿਹਾ ਸਭ ਦਾ ਆਨਸਰ, ਵੈਰੀ ਗੁੱਡ। ਓਕੇ, ਗੁੱਡ ਗੁੱਡ, ਠੀਕ ਹੈ ਜੀ ਸਭ ਦਾ। ਓਕੇ, ਸਭ ਦਾ ਹੀ ਠੀਕ ਹੈ। ਦੈਟ ਮੀਨ ਸਮਝਾਉਣ ਦੀ ਲੋੜ ਨਹੀਂ। ਕਹਿੰਦੇ ਜਿਹੜਾ ਉਹਨੂੰ ਪੈਸਾ ਮਿਲਿਆ ਉਹਨੇ ਵਾਟਰ ਸਪਲਾਈਜ਼ ਦੇ ਲਈ ਵਰਤਿਆ। ਹੁਣ ਕਈ ਬੱਚੇ ਮੇ ਵੀ ਇੱਥੋਂ ਰੋਂਗ ਲਾ ਸਕਦੇ ਨੇ ਵੀ ਉਹਨੇ ਆਪਦੇ ਕਜ਼ਨ ਤੇ ਆਪਦੇ ਹੋਰ ਦੋਸਤਾਂ ਨੂੰ ਸਕੂਲ 'ਚ ਐਡਮਿਸ਼ਨ ਕਰਵਾ ਦਿੱਤੀ, ਪਰ ਆਪਾਂ ਇਹ ਦੇਖਣਾ ਵੀ ਜੋ ਕੁਐਸਚਨ ਆਪਣੇ ਕੋਲ ਮੰਗਿਆ ਗਿਆ ਹੈ ਕਿ ਉਹਦੀ ਵੀ ਗੱਲ ਹੋਈ ਹੈ। ਯੈਸ, ਉਹਦੀ ਵੀ ਗੱਲ ਹੋਈ। ਕਹਿੰਦੇ ਡੋਨੇਸ਼ਨ ਦੇ ਨਾਲ ਉਹਨੇ ਡਰਿਲ ਕੀਤਾ। ਕੀ ਡਰਿਲ ਕੀਤਾ? ਇੱਕ ਬੋਰ ਕੀਤਾ, ਬੋਰ ਹੋਲ ਜਾਨੀ ਕਿ ਧਰਤੀ 'ਚ ਬੋਰ ਕੀਤਾ। ਪੂਰਾ ਵੈਲ ਕੀ ਹੁੰਦਾ ਹੈ? ਕੂਆ, ਖੂਹ। ਐਂਡ ਵਾਟਰ ਪੰਪ ਲਗਾਇਆ his village and installed drip irrigation in his father's field, ਤੇ ਜਿਹੜੀ ਡ੍ਰਿਪ ਇਰੀਗੇਸ਼ਨ ਸੀ ਉਹਨੇ ਆਪਦੇ ਪਾਪਾ ਦੇ ਖੇਤ ਦੇ ਵਿੱਚ ਕਰ ਦਿੱਤੀ। ਠੀਕ ਹੈ, ਯਾਨੀ ਕਿ ਉਹਨੇ ਪਿੰਡ ਵਾਲਿਆਂ ਨੂੰ ਵਾਟਰ ਸਪਲਾਈ ਦੇ ਦਿੱਤੀ। ਆਨਸਰ ਟਰੂ ਹੋ ਗਿਆ। ਕਹਿੰਦੇ ਹੈਲਥ ਆਫ ਵਿਲੇਜਰ, ਪਿੰਡਾਂ ਵਾਲਿਆਂ ਦੀ ਹੈਲਥ ਜਿਹੜੀ ਸੀਗੀ ਇੰਪਰੂਵ ਹੋ ਗਈ ਜਦੋਂ ਵਿੰਡ ਮਿਲ ਵਾਜ਼ ਬਿਲਟ। ਕਹਿੰਦੇ ਵਾਟਰ ਪੰਪ ਹੈਜ਼ ਅਲਾਉਡ ਹਿਸ ਫੈਮਿਲੀ ਟੂ ਐਕਸਪੈਂਡ ਇਟਸ ਕ੍ਰੌਪਸ। ਉਹਨਾਂ ਦੀ ਇਹਦੀ ਫੈਮਿਲੀ ਜਿਹੜੀ ਸੀਗੀ ਫਸਲਾਂ ਦੀ ਜਿਹੜੀ ਸੀਗੀ ਉਹਨਾਂ ਨੇ ਐਕਸਪੈਂਡ ਕਰ ਦਿੱਤੀਆਂ। ਲਾਈਕ ਜਿੱਥੇ ਉਹ ਕਿਤੇ 2 ਕਨਾਲ 3 ਕਨਾਲ 2 ਵਿਗੇ 3 ਵਿਗੇ ਉਗਾਉਂਦੇ ਸੀਗੇ, ਉਹਨਾਂ ਨੇ ਜ਼ਿਆਦਾ ਉਗਾਉਣੀ ਸ਼ੁਰੂ ਕਰਤੀ ਕਿਉਂਕਿ ਪਾਣੀ ਆ ਗਿਆ ਸੀਗਾ। ਦੇ ਹੈਵ ਅਬੰਡੈਂਟ ਤੰਬਾਕੂ ਐਂਡ ਨਾਓ ਗਰੋ ਮੇਜ਼, ਬੀਨਸ, ਸੋਇਆਬੀਨ। ਆਹ ਸਾਰੀਆਂ ਚੀਜ਼ਾਂ, ਤੰਬਾਕੂ ਦੀ ਖੇਤੀ, ਮੇਜ਼ ਦੀ ਖੇਤੀ, ਬੀਨਸ, ਸੋਇਆਬੀਨ, ਪੋਟੈਟੋਜ਼ ਐਂਡ ਪੀਨਟਸ, ਇਹ ਸਭ ਕੁਝ, ਮੂੰਗਫਲੀ ਦੇ ਦਾਣੇ, ਆਲੂ, ਸੋਇਆਬੀਨ, ਸਾਰਾ ਕੁਝ ਉਹਨਾਂ ਨੇ ਉਗਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਵਿੰਡ ਮਿਲ ਹੈਵ ਆਲਸੋ ਬ੍ਰੌਟ, ਦੇਖੋ ਇੱਕ ਬ੍ਰੌਟ ਵਰਡ ਜੇ ਕਿਸੇ ਬੱਚੇ ਨੂੰ ਨਾ ਪਤਾ ਹੁੰਦਾ ਤਾਂ 3 ਆਨਸਰ ਗਲਤ ਕਰ ਸਕਦਾ ਸੀ, ਕਿਉਂਕਿ ਬ੍ਰੌਟ ਇੱਥੇ ਵੀ ਆਇਆ ਪਿਆ, ਕਿੱਥੇ ਹੁਣੇ ਉੱਪਰ ਆਇਆ ਸੀਗਾ, ਆ ਦੇਖੋ ਇੱਥੇ ਵੀ ਆਇਆ ਪਿਆਗਾ, ਮੈਨੂੰ ਯਾਦ ਹੈ, ਇੱਕ ਉੱਪਰ ਵੀ ਆਇਆ ਸੀ, ਆ ਦੇਖੋ। ਬ੍ਰਿੰਗ ਦੀ ਸੈਕਿੰਡ ਫਾਰਮ ਤੇ ਥਰਡ ਫਾਰਮ ਹੁੰਦੀ ਬ੍ਰੌਟ। ਕਹਿੰਦੇ ਵਿੰਡ ਮਿਲ ਹੈਵ ਆਲਸੋ ਬ੍ਰੌਟ ਬਿਗ ਲਾਈਫ ਸਟਾਈਲ ਐਂਡ ਹੈਲਥ ਚੇਂਜਸ ਟੂ ਦੀ ਵਿਲੇਜਰ। ਦੀ ਵਿਲੇਜ ਹੈਜ਼ ਚੇਂਜਡ ਅ ਲੋਟ। ਵਿਲੀਅਮ, ਓਕੇ, ਅੱਗੇ ਹੋਰ ਗੱਲਾਂ ਆਉਣ ਲੱਗੀਆਂ। ਇਸ ਗੱਲ ਦੇ ਵਿੱਚ ਆਨਸਰ ਹੈ, ਤੇ ਆਨਸਰ ਇਹ ਵੀ ਬਹੁਤ ਸੌਖਾ ਹੈ, ਤੁਸੀਂ ਲਾ ਲੈਣਾ, ਮੈਨੂੰ ਪਤਾ। ਗਗਨਪ੍ਰੀਤ, ਮਨਪ੍ਰੀਤ ਕੌਰ, ਦੀਪਿਕਾ ਠੀਕ ਹੈ, ਕੋਮਲ, ਸਤਵੀਰ, रूबी देवी, गुरप्रीत कौर, शैली सब्रवाल ठीक है जी, सुखमनी कौर ठीक है, गुड। मीनू गुड ठीक है। लगाओ जी लगाओ सारे जाने। लखविंदर कौर ठीक है, रमन मान ठीक है, अमन कौर ठीक है, लखवीर सिंह ठीक है। ओके, चलो सब ਦਾ ਆਨਸਰ ਠੀਕ ਹੈ। ਆਨਸਰ ਇਜ਼ ਟਰੂ, ਕਿਉਂਕਿ ਕਲੀਅਰ ਹੀ ਪਿਆ। ਕਹਿੰਦੇ ਪਿੰਡ ਵਾਲਿਆਂ ਦੀ ਹੈਲਥ, ਕਹਿੰਦੇ ਆਹ ਚੀਜ਼ ਵੀ ਹੋਈ, ਕ੍ਰੌਪਸ ਵਗੈਰਾ ਤਾਂ ਵਧੀਆ ਹੋਈਆਂ,
ਕਹਿੰਦੇ ਉਹਨਾਂ ਨੇ ਬਿਗ ਲਾਈਫਸਟਾਈਲ ਹੋ ਗਿਆ, ਬਟ ਲਾਈਫਸਟਾਈਲ ਵੱਡਾ ਹੋ ਗਿਆ ਤੇ ਹੈਲਥ ਚੇਂਜਸ ਟੂ ਅਦਰ ਵਿਲੇਜਸ। ਠੀਕ ਹੈ, ਤਾਂ ਉਹਨਾਂ ਦੇ ਪਿੰਡਾਂ ਦੇ ਜਿਹੜੇ ਹਾਲਾਤ ਸੀਗੇ, ਸਿਹਤ ਦੇ ਹਾਲਾਤ ਸੀਗੇ ਹੈਲਥ ਦੇ, ਉਹ ਵੀ ਵਧੀਆ ਹੋਣੇ ਸ਼ੁਰੂ ਹੋ ਗਏ। ਠੀਕ ਹੈ, ਆਈ ਹੋਪ ਸਾਰੀ ਦੀ ਸਾਰੀ ਰੀਡਿੰਗ ਕਲੀਅਰ ਹੋਈ ਹੋਣੀ ਆ, ਵਧੀਆ ਸਮਝ ਆਇਆ ਹੋਣਾ। ਠੀਕ ਹੈ, ਕੱਲਾ ਕੱਲਾ ਵਰਡ ਸਮਝ ਆਇਆ ਹੋਣਾ। ਜਿਸ ਕਿਸੇ ਵਰਡ ਦਾ ਮਤਲਬ ਨਹੀਂ ਪਤਾ ਲੱਗਦਾ ਪੁੱਛ ਲਿਆ ਕਰੋ ਐਨੀ ਟਾਈਮ। ਠੀਕ ਹੈ, ਤਾਂ ਇਦਾਂ ਪ੍ਰੈਕਟਿਸ ਕਰੋ। ਜੇ ਇਦਾਂ ਪ੍ਰੈਕਟਿਸ ਕਰਦੇ ਰਹੋਗੇ ਤਾਂ ਡੈਫੀਨੇਟਲੀ ਸਕੋਰ ਆਊਗਾ। ਠੀਕ ਹੈ, ਇਹਦੇ ਨਾਲ ਕੀ ਹੈ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਰੀਡਿੰਗ ਅਸੀਂ ਕਿਵੇਂ ਕਰਦੇ ਹਾਂ ਤੇ ਸਾਡਾ ਟੀਚਰ ਕਰਦਾ ਕਿਵੇਂ ਤੇ ਕਰਾਉਂਦਾ ਕਿਵੇਂ ਹੈ, ਕਿਹੜੀਆਂ ਚੀਜ਼ਾਂ ਨੂੰ ਦੇਖਣਾ ਹੁੰਦਾ, ਕਿਹੜੇ ਰੂਲਸ ਨੂੰ ਫੋਲੋ ਕਰਨਾ ਹੁੰਦਾ। ਠੀਕ ਹੈ, ਚਲੋ ਓਕੇ, ਹੁਣ ਇੱਥੇ ਆਪਾਂ ਕਰਦੇ ਹਾਂ ਕਲਾਸ ਨੂੰ ਫਿਨਿਸ਼। 10 ਮਿੰਟ ਦੀ ਬ੍ਰੇਕ ਹੈ, ਦੈਨ ਆਪਾਂ ਕਰਾਂਗੇ ਟਾਸਕ 1 ਐਕੈਡੈਮਿਕ। ਓਕੇ।